ਜਦੋਂ ਹਿੰਦੂ ਧਰਮ ਸਤਿਕਾਰਯੋਗ ਹੈ, ਮੁਸਲਮਾਨ ਧਰਮ ਸਤਿਕਾਰਯੋਗ ਹੈ, ਈਸਾਈ ਧਰਮ ਸਤਿਕਾਰਯੋਗ ਹੈ, ਜਦੋਂ ਸਿੱਖ ਕੌਮ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਇੱਜ਼ਤ ਦਿੰਦੀ ਹੈ, ਅਣਖ ਗੈਰਤ ਨਾਲ ਭਾਵੇਂ ਹਿੰਦੂ ਤੇ ਜ਼ਬਰ ਹੋਵੇ, ਮੁਸਲਮਾਨ ਤੇ ਜ਼ਬਰ ਹੋਵੇ, ਈਸਾਈ ਤੇ ਜ਼ਬਰ ਹੋਵੇ, ਬੀਬੀਆਂ ਤੇ ਜ਼ਬਰ ਹੋਵੇ, ਉਹ ਚਟਾਨ ਵਾਂਗ ਨਾਲ ਆ ਖੜਦੀ ਹੈ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣ ਬੁੱਝ ਕੇ ਕਿਉਂ ਉਹਦੀ ਬੇਅਦਬੀ ਕੀਤੀ ਗਈ? 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇੱਕ ਗਿਣੀ ਮਿਤੀ ਸ਼ਾਦ ਪਾਲਿਸੀ ਨੀਤੀ ਦੇ ਤਹਿਤ ਚੋਰੀ ਕਰਕੇ ਲੈ ਗਏ। ਅਸੀਂ ਆਖਿਆ ਦੋਸ਼ੀ ਤੇ ਕਾਰਵਾਈ ਕਰੋ। ਨਾ ਗਿਆਨੀ ਗੁਰਬਚਨ ਸਿੰਘ ਨੇ ਧਿਆਨ ਦਿੱਤਾ, ਨਾ ਮੱਕੜ ਨੇ ਧਿਆਨ ਦਿੱਤਾ, ਨਾ ਡਿਪਟੀ ਕਮਿਸ਼ਨਰ ਨੇ ਧਿਆਨ ਦਿੱਤਾ, ਨਾ ਐਸਐਸਪੀ ਨੇ ਧਿਆਨ ਦਿੱਤਾ, ਨਾ ਪ੍ਰਕਾਸ਼ ਸਿੰਘ ਬਾਦਲ ਨੇ ਧਿਆਨ ਦਿੱਤਾ, ਨਾ ਡੀਜੀਪੀ ਨੇ ਧਿਆਨ ਦਿੱਤਾ, ਨਾ ਸੁਖਬੀਰ ਸਿੰਘ ਨੇ ਧਿਆਨ ਦਿੱਤਾ, ਨਾ ਮਜੀਠੀਏ ਨੇ ਧਿਆਨ ਦਿੱਤਾ, ਨਾ ਹਰਸਿਮਰਤ ਨੇ ਦਿੱਤਾ। ਸਮੋ ਸਿਰਸੇ ਵਾਲੇ ਸਾਧ ਦੀ ਪੁਸ਼ਤ ਪਣਾਈ ਕਰਦੇ ਰਹੇ। ਇੱਕ ਧਮਕੀ ਪੱਤਰ ਲਾ ਦੇ। ਉਸ ਤੋਂ ਬਾਅਦ ਧਮਕੀ ਪੱਤਰ ਜਦੋਂ ਲਾਤੇ, ਧਮਕੀ ਪੱਤਰ ਪਹਿਲਾਂ ਬਗਰਾੜੀ ਦੇ ਗੁਰਦੁਆਰੇ 'ਚ ਲੱਗਿਆ। ਧਮਕੀ ਪੱਤਰ ਇੱਕ ਫੋਟੋ ਸਟੇਟ ਸੀ, ਉਹਦੇ ਤੇ ਲਿਖਿਆ ਕਿ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਡੇ ਕੋਲੇ ਆ, ਤੁਹਾਡੇ ਪ੍ਰਚਾਰਕਾਂ ਦੇ ਪੱਲੇ ਕੱਖ ਨਹੀਂ, ਤੁਹਾਡੇ ਪ੍ਰਚਾਰਕ ਨਾ ਸਾਡਾ ਅੱਜ ਵਿਗਾੜ ਸਕਦੇ ਆ। ਜੇ ਕਿਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਆਪਣਾ ਲੱਭ ਜਾਵੋ, ਜੇ ਦੋਸ਼ੀ ਲੱਭ ਜਾਵੋ ਤੇ ਸਲਾਬਤਪੁਰ ਦੇ ਡੇਰੇ ਤੋਂ 10 ਲੱਖ ਰੁਪਏ ਦਾ ਨਾਮ ਲਿਆ ਜੀ। ਹੁਣ ਇੱਥੋਂ ਤੱਕ ਕੀ ਆਇਆ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇੱਕ ਗਿਣੀ ਮਿਤੀ ਸ਼ਾਦ ਪਾਲਿਸੀ ਨੀਤੀ ਦੇ ਤਹਿਤ ਚੋਰੀ ਕਰਕੇ ਲੈ ਗਏ। ਤੁਸੀਂ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਕਿਸੇ ਨੂੰ ਤੰਗ ਕਰਦਾ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਉੱਥੋਂ ਚੱਕਿਆ ਗਿਆ? ਉਹ ਚੋਰੀ ਕਰਕੇ ਲੈ ਗਏ। ਅਸੀਂ ਧਰਨੇ ਲਾਏ, ਅਸੀਂ ਮੁਜ਼ਾਹਰੇ ਕੀਤੇ। ਪਹਿਲਾਂ ਅਸੀਂ ਧਰਨਾ ਲਾਇਆ ਬੁਰਜ ਜਵਾਰ ਸਿੰਘ ਵਾਲੇ ਤੇ ਸਰਕਾਰ ਕਹਿੰਦੀ ਪ੍ਰਕਾਸ਼ ਸਿੰਘ ਬਾਦਲ ਦੀ ਤੇ ਤੁਸੀਂ ਧਰਨਾ ਚੱਕ ਲਓ ਤੇ ਇਨਸਾਫ ਦੇ ਦਾਂਗੇ 5 ਦਿਨਾਂ 'ਚ। ਫਿਰ ਅਸੀਂ ਕੀਤੀ ਆਪਣੀ ਬਾਜਾਖਾਨਾ ਸੜਕ ਜਾਮ, ਉੱਥੇ ਵੀ ਕਹਿੰਦੇ ਇਨਸਾਫ ਦੇ ਦਿਆਂਗੇ। ਫਿਰ ਉਸ ਤੋਂ ਬਾਅਦ ਜਦੋਂ ਸੜਕ ਜਾਮ ਕੀਤੀ ਤੇ ਫਿਰ ਉਦੋਂ ਬਾਅਦ ਫਿਰ ਕਹਿੰਦੇ ਅਸੀਂ ਇਨਸਾਫ ਦੇਵਾਂਗੇ। ਅਸੀਂ ਜਮਹੂਰੀ ਦੇ ਢੰਗ ਨਾਲ ਸ਼ਾਂਤੀ ਵਿੱਚ ਰਹਿ ਕੇ ਅਸੀਂ ਕਿਹਾ ਕਿ ਹੁਣ ਇਨਸਾਫ ਦਿੰਦੇ ਆ। ਸ਼ਾਇਦ ਅਸੀਂ ਕਿਹਾ ਵਾ ਵੀ ਇਹ ਅਖੌਤੀ ਪੰਥ ਦੀ ਸਰਕਾਰ ਆ, ਸ਼ਾਇਦ ਇਨਸਾਫ ਦੇ ਦੇ, ਪਰ ਇਨਸਾਫ ਨਹੀਂ ਦਿੱਤਾ। ਫਿਰ ਅਸੀਂ ਖਾਲਸਾ ਗੁਰਦੁਆਰੇ 'ਚ ਇਕੱਠੇ ਹੋਏ, ਖਾਲਸਾ ਗੁਰਦੁਆਰੇ 'ਚ ਇਕੱਠੇ ਹੋਏ, ਇੱਕ ਇਕੱਠ ਕੀਤਾ। ਇਕੱਠ ਕੱਟ ਕੇ ਅਸੀਂ ਆਪਣਾ ਇੱਕ ਮੈਮੋਰੈਂਡਮ ਡੀਸੀ ਫਰੀਦਕੋਟ ਨੂੰ ਦਿੱਤਾ, ਇੱਕ ਮੈਮੋਰੈਂਡਮ ਐਸਐਸਪੀ ਨੂੰ ਦਿੱਤਾ ਤੇ ਫਿਰ ਕੋਈ ਇਨਸਾਫ ਨਾ ਦਿੱਤਾ। ਉਸ ਤੋਂ ਬਾਅਦ ਕੀ ਕੀਤਾ? ਅਸੀਂ ਫਿਰ ਐਲਾਨ ਕੀਤਾ, ਫਰੀਦਕੋਟ ਬੰਦ ਕੀਤਾ, ਫਰੀਦਕੋਟ ਜਾਮ ਕੀਤਾ, ਸਾਨੂੰ ਫੜ ਲਿਆ, ਕੁਝ ਬੰਦੇ ਗ੍ਰਿਫਤਾਰ ਕਰ ਲਏ ਤੇ ਦੋਸ਼ੀਆਂ ਨੂੰ ਗ੍ਰਿਫਤਾਰੀ ਨਾ ਕੀਤੀ। ਫਿਰ ਅਸੀਂ ਇੱਥੇ ਇੱਕ ਇਕੱਠ ਕੀਤਾ। ਇਕੱਠ ਕਰਕੇ ਜਦੋਂ ਸਾਡੇ ਸਾਰੇ ਹੀਲੇ ਮੁੱਕ ਗਏ ਤੇ ਸਾਨੂੰ ਫੜਦੇ ਰਹੇ, ਸਾਨੂੰ ਕੁੱਟਦੇ ਰਹੇ, ਸਾਡੇ ਉੱਤੇ ਹਮਲਾ ਕਰਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਜਿਹੜੀ ਲੜਾਈ ਲੜਦੇ ਸੀ। ਉਸ ਤੋਂ ਬਾਅਦ ਕੀ ਹੋਇਆ? ਅਸੀਂ ਫਿਰ 18 ਤਰੀਕ ਨੂੰ ਜੂਨ ਨੂੰ ਇੱਥੇ ਇੱਕ ਮੀਟਿੰਗ ਕੀਤੀ। ਮੀਟਿੰਗ ਕਰਕੇ ਅਸੀਂ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਇਹ ਸਰਸੇ ਵਾਲਿਆਂ ਨਾਲ ਰਲੀ ਹੋਈ ਹੈ, ਇਹ ਮਿਲੇ ਹੋਏ ਹੈ, ਇਹਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ, ਨਾ 78 ਦਿੱਤਾ ਤੇ ਨਾ ਹੁਣ ਕਿਹਨੇ ਕੀ ਦੇਣਾ। ਫਿਰ ਅਸੀਂ ਇੱਕ 4 ਮੈਂਬਰੀ ਕਮੇਟੀ ਬਣਾਈ। 4 ਮੈਂਬਰੀ ਕਮੇਟੀ ਅਪਰ ਕਮੇਟੀ ਸੀ, ਉਹਦਾ ਇੱਕ ਮੈਂ ਮੈਂਬਰ ਸੀ, ਬਲਜੀਤ ਸਿੰਘ ਦਾਦੂਵਾਲ ਮੈਂਬਰ ਸੀ, ਗੁਰਦੀਪ ਸਿੰਘ ਬਠਿੰਡਾ ਮੈਂਬਰ ਸੀ ਤੇ ਅਮਰੀਕ ਸਿੰਘ ਅਜਨਾਲਾ ਉਦੋਂ ਜਥੇਦਾਰ ਉਹ ਮੈਂਬਰ ਸੀ। ਤੇ 6 ਮੈਂਬਰੀ ਜਿਹੜੀ ਲੋਅਰ ਕਮੇਟੀ ਬਣਾਈ ਜਿਹਦੇ ਵਿੱਚ ਸਰਜੀਤ ਸਿੰਘ ਰਾਈਆਂ ਵਾਲਾ ਸੀ, ਡੋਡਾ ਵਾਲੇ ਸੀਗੇ, ਦਲੇਰ ਸਿੰਘ, ਇਹ ਸਾਰੀ ਟੀਮ 6 ਮੈਂਬਰੀ। ਅਸੀਂ ਕਿਹਾ ਕਿ ਅਸੀਂ ਹੁਣ ਕੌਮ ਨੂੰ ਇਨਵੈਸਟੀਗੇਸ਼ਨ ਆਪ ਕਰਕੇ ਦੇਵਾਂਗੇ। ਅਸੀਂ ਕਿਹਾ ਕਿ ਅਸੀਂ 20 ਤਰੀਕ ਤੋਂ ਇਨਵੈਸਟੀਗੇਸ਼ਨ ਕਰਾਂਗੇ ਤੇ 25 ਨੂੰ ਕੌਮ ਦੇ ਸਾਹਮਣੇ ਰਿਪੋਰਟ ਰੱਖ ਦਾਂਗੇ। ਅਸੀਂ 20 ਤਰੀਕ ਨੂੰ ਬੁਰਜ ਜਵਾਰ ਸਿੰਘ ਵਾਲੇ 'ਚ ਗਏ, ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਅਸੀਂ ਬਿਆਨ ਲਏ। ਇੱਕ ਸਰਸੇ ਵਾਲੇ ਸਾਧ ਦੇ ਚੇਲੇ ਉਸ ਨਗਰ ਦੇ ਵਿੱਚ ਬਹੁਤ ਗਿਣਤੀ 'ਚ ਗੁਰਦੁਆਰੇ ਦੇ ਸਾਹਮਣੇ ਗੁਰਦੇਵ ਸਿੰਘ ਦੇ ਵੀ ਬਿਆਨ ਲਏ,
होर सारे दे बैन एक कोलों 25 सिमां फड़ियां गईयां 25 सिमां असीं वेख्या भी 25 सिमां काहदियां जदों असीं गए तो एक भंग जिहड़ी नां दा ਉਹਨੇ ਇਨਵੈਸਟੀ ਕਰਦਿਆਂ ਉਹਨੇ ਇੱਕ ਬੰਦੇ ਦੇ ਚਪੇੜ ਮਾਰਤੀ। ਹਾਲਾਂਕਿ ਅਸੀਂ ਉਹਦਾ ਵਿਰੋਧ ਕਰਕੇ ਉਹਨੂੰ ਮੀਟਿੰਗ ਚੋਂ ਬਾਹਰ ਕਰਤਾ। ਸਿਰਸੇ ਵਾਲੇ ਸਾਡੇ ਗਲ ਪੈ ਗਏ, ਪਿੰਡ ਚੋਂ ਸਾਨੂੰ ਭਜਾਉਣ ਲੱਗੇ। ਪੁਲਿਸ ਜਿਹੜੀ ਸੀਗੀ ਡੀਐਸਪੀ ਸੀਗਾ ਸ਼ਾਇਦ ਬਲਦੇਵ ਸਿੰਘ ਬਰਾੜ ਸੀਗਾ, ਉਹ ਸ਼ਾਇਦ ਰਲ ਗਿਆ ਉਹਨਾਂ ਦੇ ਨਾਲ। ਉਹਨਾਂ ਨੇ ਸਾਡੇ ਹੱਕ 'ਚ ਨਾ ਕੀਤੀ, ਸਾਡੇ ਤੇ ਪਾਬੰਦੀ ਲਾ ਦਿੱਤੀ। ਸਾਡੀ ਬਹੁਤ ਵੱਡੀ ਲੜਾਈ ਵੀ ਉਹ ਚੱਲੀ ਸੀ ਪਿੰਡ 'ਚ ਕਿ ਕਿਉਂਕਿ ਸਿਰਸੇ ਵਾਲੇ उस इन्वेस्टिगेशन शामिल नहीं होना चाहिए सी। असी गुरु घर च पुछी गए। उस तो बाद की किया जो साडे पिंड च पाबंदी लाती, पिंड च वड़न च पाबंदी लाती तो असी कौम नूं कहा, असी फिर आ गए बगराड़ी विच बैठ के असी आख्या भी कौम नूं जिहड़ी रिपोर्ट आ 25 की बजाय 28 नूं देवांगे। असी टॉवरां ते जांच की भी किहड़े बंदे ने विजिट टॉवर ते कीते। साडे कोल अपने सोर्स सीगे, साडे मुंडे इंजीनियर अच्छे सी, उन्होंने दस्सिया भी किहड़ा बंदा किहड़े टॉवर ते आंदे। जिहड़ियां सिमां सी उहदे नाल असीं आपदी इन्वेस्टिगेशन कीती, आले दुआले पिंडां 'च गए। असीं एक रिपोर्ट तैयार करके गुरु ग्रंथ साहब दे अरदास बेनती करके हे सच्चे पातशाह कोई माड़ा काम ना करा दी, चंगा काम कराई, सच्चे पातशाह दी मेहर सदका। असीं कहा भी आ 6 बंदियां नूं फड़ लो जिहदे ते इहदे विच गुरु ग्रंथ साहब दी जिहड़ी बेअदबी दे दोषी लभे होणगे। ਜਿਹੜੇ 2 ਬੰਦੇ ਇਹਦੇ ਵਿੱਚ ਉਹ ਬੇਅਦਬੀ ਦੇ ਵਿੱਚ ਹੈ ਨਹੀਂ ਗਏ, ਪਰ ਉਹ ਡਰਦੇ ਦੱਸਦੇ ਨਹੀਂ। ਇੱਕ ਗ੍ਰੰਥੀ ਤੇ ਗ੍ਰੰਥੀ ਦੀ ਘਰ ਵਾਲਾ, ਉਹ ਡਰਦੇ ਦੱਸਦੇ ਨਹੀਂ, ਦਬਾਅ ਉਹਦੇ ਤੇ ਪਿਆ ਹੋਇਆ। ਤੇ 4 ਬੰਦਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਪਾਲਿਸੀ ਆ ਇਹ ਨਿਕਲੂਗੀ। ਤੇ ਫਿਰ ਜਦੋਂ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਲਓ ਤੇ ਉਹਨਾਂ ਨੇ ਫੜਨ ਦੀ ਬਜਾਏ ਸਾਨੂੰ ਫੜ ਲਿਆ। ਅਸੀਂ ਰਿਪੋਰਟ ਜਾਰੀ ਕਰਤੀ, ਰਿਪੋਰਟ ਜਾਰੀ ਕਰਕੇ ਇੱਕ ਕਾਪੀ ਡੀਸੀ ਫਰੀਦਕੋਟ ਨੂੰ ਦਿੱਤੀ, ਇੱਕ ਕਾਪੀ ਉਹਦੀ ਦਿੱਤੀ ਅਸੀਂ ਐਸਐਸਪੀ ਨੂੰ। फिर असी एक 10 मैंबरी कमेटी बनाई, 10 मैंबरी कमेटी बन के वो फिर असी क्या भी एक कापी देवांगे किनू, असी ज्ञानी गुरबचन सिंह अकाल तख्त के जथेदार उहदे कोले गए, एक कापी उहनूं दित्ती, एक कापी मक्कड़ नूं देण गए, मक्कड़ दफ्तर चों भज गया। ਉਹਦਾ ਜਿਹੜਾ ਸਕੱਤਰ ਸੀ ਰੂਪ ਸਿੰਘ ਉਹਨੂੰ ਦਿੱਤੀ। ਅਸੀਂ ਆਖਿਆ ਇਹ ਦੋਸ਼ੀ ਹੈ ਤੇ ਕਾਰਵਾਈ ਕਰੋ। ਨਾ ਗਿਆਨੀ ਗੁਰਬਚਨ ਸਿੰਘ ਨੇ ਧਿਆਨ ਦਿੱਤਾ, ਨਾ ਮੱਕੜ ਨੇ ਧਿਆਨ ਦਿੱਤਾ, ਨਾ ਡਿਪਟੀ ਕਮਿਸ਼ਨਰ ਨੇ ਧਿਆਨ ਦਿੱਤਾ, ना एसएसपी ने ध्यान दिता, ना प्रकाश सिंह बादल ने ध्यान दिता, ना डीजीपी ने ध्यान दिता, ना सुखबीर सिंह ने ध्यान दिता, ना मजीठीए ने ध्यान दिता, ना हरसिमरत ने दिता। समो सिरसे वाले साहब की पुष्ट पढ़ाई करते रहे। उस तो बाद फिल्म लग गई मैसेंजर ऑफ गॉड है, वो गॉड लग गई। असीं उहदा विरोध किया, वो सानू फड़ लिया तो 12 पुलिस जिहड़ी सी उन्हां दी राखी करती रही, जिहड़ी फिल्म दे जिहड़े राखे सी वो राखी करती रही। तो राखी तो गुरु की करनी सी, करती सिरसे वाले साहब की राखी। उस तो बाद जो सानू कोई इंसाफ ना मिलिया तो फिर इन्हां ने एक धमकी पत्तर ला दे। उस तो बाद धमकी पत्तर जो लाते, धमकी पत्तर पहला बगराड़ी के गुरुद्वारे च लग्या। धमकी पत्तर एक फोटो स्टेट सी, उहदे ते लिखिया कि ये जिहड़े गुरु ग्रंथ साहब है वो साडे कोले आ, थोड़े प्रचारकों के पल्ले कख नहीं, थोड़े प्रचारक ना साडा अज विगाड़ सकते हैं। जे किते तुसी गुरु ग्रंथ साहब अपना लभ जावो, जे दोषी लभ जावो तो सलाबतपुर के डेरे तो 10 लाख रुपये का नाम लिया जी, पर तुसी लभ नहीं सकना। असी बेअदबी गुरु की होर करांगे, तुहाडे गुरु की करांगे। उन्होंने एक चैलेंज कर दिता तो अणख मर गई प्रकाश सिंह बादल की सरकार की, पुलिस की अणख ही मर गई। उस चैलेंज नूं दस्सिया नहीं। फिर कोई स्पष्टीकरण सिरसे वाले के साथ दे डेरे वालों नहीं आया कि ये ना साडा कोई संबंध नहीं। वो मूक दर्शक हो गया। यदा मतलब अज तक साफ हो गया कि ये बेअदबी उन्होंने कराई है। मान लो मेरे तो कोई इल्जाम लग जाता है जां इन्हां ते इल्जाम लग जाता है तो खबर फ्लैश हो जाती है, तो वो फिर जे मुलाजम झूठा जो इल्जाम लगता झूठा होंदा है तो फिर वो दूसरी धिर जां मैं तेरा स्पष्टीकरण दूँ, मेरा ये कोई संबंध नहीं। तो सिरसे वाले ने कोई संबंध के बारे कुछ कहा है ना, यदा मतलब की किया। फिर परचा दर्ज हो गया। उस तो बाद असीं कीता FIR नंबर 111 दर्ज हो गई धमकी पत्रों के। जो गेट अगे लग्या तो पिंड च पता लग्या जो श्रोमणी कमेटी का गुरुद्वारा बगराड़ी है वो उसनूं खुरदबुरद करना चाहते थे, पर सिखां ने उन्होंने खुरदबुरद नहीं किया। तो ना ही उस गुरुद्वारे के आगुआं ने है उस वेले SGPC मैंबर का बाढ़ सी, उन्हें ये कौम नूं इन्फॉर्मेशन नहीं दी कि साडे गुरुद्वारे धमकी पत्तर इन्हां लाए है। वो तो समा उन्होंने लुकाउण की कोशिश करते सी, पर कौम ने उन्होंने लुकण नहीं दिता। जो परचा 111 नंबर FIR दर्ज हो गई
ਤੇ ਦਰਜ ਹੋ ਗਈ। ਤੇ ਜਦੋਂ ਅਸੀਂ ਐਫ ਆਈ ਆਰ ਪੜ੍ਹੀ, ਉਹਦੀ ਕਾਪੀ ਲਈ ਤੇ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਦਿਖਾਈ ਵੀ ਇਹ ਠੀਕ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਾਪੀ ਪੜ੍ਹੀ, ਉਹ ਕਹਿੰਦੇ ਵੀ ਇਹ ਐਫ ਆਈ ਆਰ ਗਲਤ ਹੈ, ਇਹਦੇ ਨਾਲ 120 ਵੀ ਲੱਗਣੀ ਚਾਹੀਦੀ ਹੈ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਜਿਹਨੇ ਕਰਾਈ ਆ, ਅੰਗ ਪਾੜੇ ਆ, ਖਿਲਾਰੇ ਆ, ਧਮਕੀ ਪੱਤਰ, ਇੱਕ ਪਾਲਿਸੀ, ਇੱਕ ਗੈਂਗ ਹੈ, ਇਹ ਪਾਲਿਸੀ ਦੇ ਤਹਿਤ ਹੈ। ਅਸੀਂ ਫਿਰ ਉਸ ਅਗਲੇ ਦਿਨ ਅਸੀਂ ਆ ਗਏ, ਕਿੱਥੇ ਆ ਗਏ? ਅਸੀਂ ਆ ਗਏ ਬਗਰਾੜੀ ਦੀ ਚੌਂਕੀ ਦੇ ਵਿੱਚ। ਡੀਐਸਪੀ ਸੀਗਾ, ਬਿਸ਼ਨੋਈ ਸੀਗਾ, ਉਹਦੇ ਨਾਲ ਗੱਲ ਕਰਕੇ ਅਸੀਂ, ਉਹ ਕਹਿੰਦੇ ਆ ਜਾਓ। ਅਸੀਂ 4 ਵਜੇ ਮਿਲੇ। 4 ਵਜੇ ਜਦੋਂ ਉਹਨੂੰ ਮਿਲੇ ਤਾਂ ਅਸੀਂ ਕਿਹਾ ਵੀ ਇੱਕ ਮੈਮੋਰੈਂਡਮ ਦਿੱਤਾ। ਮੈਂ ਸੀ, ਸਰਜੀਤ ਸਿੰਘ ਰਾਈਆਂ ਵਾਲਾ ਸੀ, ਬੀਬੀ ਜੈਤੋ ਦੇ ਘਰ ਵਾਲਾ ਸੀ, ਮੇਰਾ ਭਤੀਜਾ ਭਵ ਖੰਡਨ ਸਿੰਘਾ ਤੇ ਰਣਜੀਤ ਬਾਂਦਰ ਸੀਗੇ। ਅਸੀਂ ਜਾ ਕੇ ਦਿੱਤੇ। ਅਸੀਂ ਆਖਿਆ ਵੀ ਨਹੀਂ ਤਾਂ ਸੜਕ ਜਾਮ ਕਰਾਂਗੇ। ਉਹਨੇ 15 ਦਿਨਾਂ ਦੇ ਵਿੱਚ ਕਿਹਾ ਕਿ 120 ਬੁਲਾ ਦਿਓ। ਜਿਉਂ ਹੀ ਅਸੀਂ ਉੱਥੋਂ ਨਿਕਲੇ, ਤੇ ਇਹ 25 ਸਤੰਬਰ ਦੀ ਗੱਲ ਹੈ ਸ਼ਾਇਦ, ਇਹ ਜਿਉਂ ਹੀ ਅਸੀਂ ਨਿਕਲੇ ਤਾਂ ਸਾਨੂੰ ਖਬਰ ਫਲੈਸ਼ ਮਿਲੀ ਕਿ ਸਰਸੇ ਵਾਲੇ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਰਾਏ ਨਾਲ, ਸੁਖਬੀਰ ਸਿੰਘ ਬਾਦਲ ਦੀ ਰਾਏ ਨਾਲ ਤੇ ਉਹਦੇ ਚਹੇਤਿਆਂ ਦੀ ਰਾਏ ਦੇ ਨਾਲ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਇੱਕ ਮਾਫੀ, ਗਿੱਦੜ ਚੱਟੀ ਦੇ ਮਾਫੀ ਦਿੱਤੀ। ਅਸੀਂ ਕੋਟਕਪੂਰੇ ਚੌਂਕ 'ਚ ਅਸੀਂ ਮਾਨ ਸਾਹਿਬ ਨਾਲ ਗੱਲ ਕੀਤੀ ਤੇ ਅਸੀਂ ਤੜਕੇ, ਗੁਰਦੀਪ ਸਿੰਘ ਬਠਿੰਡਾ ਸੀ ਤੇ ਸਾਰੇ ਸੀ, ਅਸੀਂ ਜਾ ਕੇ ਅਸੀਂ ਕਿੱਥੇ ਪ੍ਰੈਸ ਕਾਨਫਰੰਸ ਜਲੰਧਰ ਕਰਤੀ। ਜਲੰਧਰ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਕਿ ਅਸੀਂ ਸਰਸੇ ਵਾਲੇ ਸਾਧ ਦੀ ਜਿਹੜੀ ਮਾਫੀ ਆ ਕੌਮ ਰੱਦ ਕਰਦੀ ਆ, ਕੌਮ ਨੂੰ ਪ੍ਰਵਾਨ ਨਹੀਂ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਸਰਸੇ ਵਾਲੇ ਸਾਧ ਦੇ ਨਾਲ ਮਿਲਿਆ, ਪਹਿਲਾਂ ਗੁਰਬਚਨ ਨਾਲ ਮਿਲਿਆ, ਉਸ ਤੋਂ ਬਾਅਦ ਭਨਿਆਰੇ ਵਾਲਿਆਂ ਨਾਲ ਮਿਲਿਆ, ਫਿਰ ਆਸ਼ੂਤੋਸ਼ ਨਾਲ ਮਿਲਿਆ ਤੇ ਹੁਣ ਇਹ ਮਿਲ ਗਿਆ ਕਿਹਦੇ ਨਾਲ? ਹੁਣ ਸਰਸੇ ਵਾਲੇ ਸਾਧ ਦੇ ਨਾਲ ਮਿਲ ਗਿਆ। ਅਸੀਂ ਰੱਦ ਕਰਕੇ ਤੇ ਇਕੱਠ ਬੁਲਾ ਲਿਆ ਕੌਮ ਦਾ। 27 ਤਰੀਕ ਨੂੰ ਅੰਮ੍ਰਿਤਸਰ ਇਕੱਠ ਬੁਲਾ ਲਿਆ। ਅੰਮ੍ਰਿਤਸਰ ਇਕੱਠ ਬੁਲਾ ਲਿਆ, ਉੱਥੇ 65 ਜਥੇਬੰਦੀਆਂ ਆਈਆਂ ਤੇ 65 ਜਥੇਬੰਦੀਆਂ ਨੇ, ਇੱਕ ਗਿਆਨੀ ਕੇਵਲ ਸਿੰਘ ਸੀ, ਉਹ ਇਸ ਨਾਲ ਸਹਿਮਤ ਨਹੀਂ ਸੀਗਾ ਤੇ ਅਸੀਂ ਇਕੱਠ ਬੁਲਾ ਲਿਆ ਕਿ ਹੁਣ ਕੌਮ ਨੂੰ ਕੀ ਕਰਨਾ ਚਾਹੀਦਾ। ਉਹ ਕੌਮ ਨੇ ਕਿਹਾ ਕਿ ਭਾਈ ਨਾ ਤਾਂ ਸਰਕਾਰ ਸੁਣਦੀ ਹੈ, ਨਾ ਵਿਰੋਧੀ ਧਿਰ ਸੁਣਦੀ ਹੈ, ਨਾ ਐਸਐਸਪੀ ਸੁਣਦਾ ਹੈ, ਨਾ ਡੀਜੀਪੀ ਸੁਣਦਾ ਹੈ ਤੇ ਨਾ ਜਥੇਦਾਰ ਸੁਣਦੇ ਆ। ਜਥੇਦਾਰ ਵੀ ਸੁਣ ਗਏ। ਹੁਣ ਕਹਿੰਦੇ ਸਰਬੱਤ ਖਾਲਸਾ ਬੁਲਾ ਲਓ। ਉੱਥੇ ਫਿਰ 65 ਜਥੇਬੰਦੀਆਂ ਹੋਈਆਂ। 65 ਜਥੇਬੰਦੀਆਂ ਨੇ ਮੁੱਖ ਪੁੱਤਕ ਹੋਇਆ ਕਿ ਸਰਬੱਤ ਖਾਲਸਾ ਕਿੱਥੇ ਬੁਲਾਓ। ਕਹਿੰਦੇ ਸਰਬੱਤ ਖਾਲਸਾ ਬੁਲਾ ਲਓ ਤੇ ਉਹਦੀ ਜਗ੍ਹਾ ਆਪਾਂ 12 ਅਕਤੂਬਰ 2015 ਨੂੰ ਉਹਦੀ ਆਪਾਂ ਰੱਖਾਂਗੇ। 12 ਅਕਤੂਬਰ 2015 ਨੂੰ ਉਹਦੀ ਮੀਟਿੰਗ ਰੱਖਤੀ। ਦੀਵਾਲੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਉਣ ਦਾ ਹੁਕਮ ਕਰਤਾ ਤੇ ਅਗਲੀ ਮੀਟਿੰਗ ਰੱਖਤੀ ਕਿੱਥੇ? ਅਗਲੀ ਮੀਟਿੰਗ ਰੱਖਤੀ ਸ਼ਹੀਦਾਂ ਦੇ ਗੁਰਦੁਆਰੇ ਲੁਧਿਆਣੇ ਵਿਖੇ। ਅਸੀਂ ਸਾਰੇ ਗਏ, ਪੰਥ ਇਕੱਠਾ ਹੋਇਆ। ਵੇਖੋ ਕੜੀ ਕਿਵੇਂ ਮਿਲਦੀ ਆ, ਕੜੀ ਨਾਲ ਕੜੀ ਮਿਲਦੀ ਆ। ਅਸੀਂ ਉੱਥੇ ਇਕੱਠ ਬੁਲਾਇਆ, ਉੱਥੇ 95-96 ਜਥੇਬੰਦੀਆਂ ਇਕੱਠੀਆਂ ਹੋਈਆਂ। ਸਾਰਿਆਂ ਨੇ ਕਿਹਾ ਕਿ ਸਰਬੱਤ ਖਾਲਸਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ 10 ਨਵੰਬਰ ਦਾ ਕਰ ਦਿਓ ਤੇ ਫਿਰ ਕਰੀਏ ਆਪਾਂ ਅੰਮ੍ਰਿਤਸਰ ਕਰੀਏ। ਤੇ ਚੱਬੇ ਦੀ ਧਰਤੀ ਤੇ ਅਸੀਂ ਉਹਦਾ ਕੀਤਾ ਤੇ ਉਹਦੇ ਦੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰ ਦਿੱਤੇ ਗਏ। ਮੈਂ ਉੱਥੋਂ ਭੱਜਿਆ, ਭੱਜ ਕੇ ਆਇਆ। ਜਦੋਂ ਮੈਂ ਉੱਥੋਂ ਹੀ ਭੱਜ ਕੇ ਆਇਆ ਤੇ ਜਿਹੜੇ ਅੰਗ ਗਲੀਆਂ 'ਚ ਖਿਲਾਰੇ ਪਏ ਸੀ, ਇੱਕ ਧਰਨਾ ਬਗਰਾੜੀ ਲੱਗ ਗਿਆ। ਉਦੋਂ ਬਾਅਦ ਉਹੀ ਪਾਲਕੀ ਸਾਹਿਬ ਨੂੰ ਲੈ ਕੇ ਵਿੱਚ ਅੰਗ ਲੈ ਕੇ ਕੋਟਕਪੂਰੇ ਦੇ ਵਿੱਚ ਸੰਗਤਾਂ ਨੇ ਧਰਨਾ ਲਾਤਾ, ਜਿਹਦੇ ਵਿੱਚ ਪੰਥਪ੍ਰੀਤ ਸੀ, ਢੱਡਰੀਆਂ ਵਾਲਾ ਸੀ, ਅਸੀਂ ਸਾਰੇ ਇਕੱਠੇ ਹੋਏ। ਜਦੋਂ ਇਕੱਠੇ ਹੋਏ ਤਾਂ ਉੱਥੇ ਆ ਕੇ ਮੈਂ ਵੀ ਉੱਥੇ ਪਹੁੰਚਿਆ ਤੇ ਜਦੋਂ ਪਹੁੰਚਿਆ ਤੇ ਸਾਰਾ ਚੱਲਿਆ, ਸੰਗਤਾਂ ਦਾ ਪੂਰਾ ਪ੍ਰਵਾਹ ਚੱਲ ਰਿਹਾ ਸੀ ਤੇ ਅਸੀਂ ਰੋ ਰਹੇ ਸੀ, ਕਰਲਾ ਰਹੇ ਸੀਗੇ ਤੇ ਪੁਲਿਸ ਦਾ ਬਹੁਤ ਵੱਡਾ ਘੇਰਾ ਸੀਗਾ। ਤੇ ਫਿਰ ਜਦੋਂ ਅਸੀਂ ਸਾਰੇ ਬੈਠੇ, 13 ਤਰੀਕ ਹੋ ਗਈ। 13 ਤਰੀਕ ਨੂੰ ਢੱਡਰੀਆਂ ਵਾਲਾ ਆਇਆ ਕੋਈ 1:30 ਵਜੇ, 1-1:30 ਵਜੇ। ਜਦੋਂ ਢੱਡਰੀਆਂ ਵਾਲਾ ਅਸੀਂ 3000 ਬੰਦਾ ਸੀਗਾ ਤੇ ਉੱਥੇ ਪਹਿਲਾਂ ਸਟੇਜ ਬੰਦ ਸੀ। ਮੈਂ ਬੋਲਿਆ, ਮੈਂ ਸਟੇਜ ਚਲਾ ਕੇ ਤੇ ਉਹਨੂੰ ਬੁਲਾਉਣ ਦਾ ਕਿਹਾ, ਬੋਲਿਆ, ਬੋਲ ਕੇ ਉਹ ਵੀ ਬਹਿ ਗਿਆ। ਪੰਥਪ੍ਰੀਤ ਇੱਧਰਲੇ ਪਾਸੇ ਨੋਵਾ ਗੱਡੀ ਲੱਗੀ ਸੀ, ਏਸੀ ਗੱਡੀ 'ਚ ਉਹਦੇ ਵਿੱਚ ਪਿਆ ਸੀਗਾ। ਉਸ ਤੋਂ ਬਾਅਦ ਜਦੋਂ ਪੁਲਿਸ ਥੋੜੀ ਜਿਹੀ ਟੈਟ ਸ਼ੁਰੂ ਹੋ ਗਈ, ਉਹਨੇ ਘੇਰਾ ਤੰਗ ਕਰ ਲਿਆ। ਕੁਝ ਨੌਜਵਾਨ ਹਿੱਲਣ ਲੱਗੇ, ਹਫੜਾ ਦਫੜੀ ਫੈਲੀ ਤੇ ਮੈਂ ਕਿਹਾ ਵੀ ਸਿੰਘੋ ਬੈਠੋ, ਡਟ ਕੇ ਰਹੋ, ਗੁਰੂ ਦੇ ਬੈਠੇ ਆ। ਉਸ ਤੋਂ ਬਾਅਦ ਮੈਂ ਸੰਦੀਪ ਸਿੰਘ ਨੂੰ ਕਿਹਾ ਕਿ ਤੂੰ ਭਾਈ 5 ਬਾਣੀਆਂ ਦਾ ਪਾਠ ਕਰ। ਜਦੋਂ 5 ਬਾਣੀਆਂ ਦਾ ਪਾਠ ਅਸੀਂ ਸ਼ੁਰੂ ਕਰ ਦਿੱਤਾ, ਹਏ ਜਪਜੀ ਸਾਹਿਬ ਕਰ ਰਹੇ ਸੀ ਤੇ ਅਮਰ ਸਿੰਘ ਚਾਲ DIG ਉੱਥੇ ਸੀਗਾ, ਰੂਬੀ ਸੀਗਾ, SSB ਫਰੀਦਕੋਟ ਸੀਗਾ। ਇਹ ਸਾਰੇ ਅਫਸਰ ਤੇ ਘੱਟੋ ਘੱਟ 8-10 DSP ਸੀ, ਇੰਸਪੈਕਟਰ ਸੀ।
वो आके पता की कहते, वो कहते जी जां तां प्रकाश सिंह बादल का हुक्म है, जां तां धरना चक लो ते जां फिर गिरफ्तारी दिओ। वो जो आ गए असी मैं कहा कि ये गुरु ग्रंथ साहब का पाठ हो रहा, पाठ तो बाद जो तुसीं मर्जी कर लिया जी। वो कहते फैसला करो। मैं कहा फैसला पंथ फरीद करूँगा, क्योंकि पंथ फरीद उस वेले कमांड कर रहा सी, क्योंकि 1 जून 2015 तो असीं लगे हुए सी। उस टाइम वो कमांड कर रहे थे कि चलो कोई मर्जी करे, क्योंकि मामला तो गुरु का। जो इन्नी गलबात हुई उन्होंने असीं लिया पंथप्रीत नूं। पंथप्रीत आए तो सारे बाबे सीगे उत्थे, अमरीक सिंह जनाला भी सीगा उत्थे, बाबा रेशम सिंह भी सीगा, बाबा चमकौर सिंह भी सीगा, ते फिर ये सारे महापुरुष सी उत्थे, उत्थे माझी भी सीगा। ये जो सारे आए तो की किया, एक पालकी जी इंटरनेशनल ट्रैक्टर के मगर पाई सी, पालकी बह गए, पालकी बह गए तो पुलिस घेरा टाइट करी आई। तो मैं कहा बाबा जी की करते हो? मैं कहा तुसीं कर की रहे हो? मैं अंदर मीटिंग करते हो? कहते मैं दसो। कहता जी आ पुलिस के अंग आ ना कोई ना ले जे कोई चक के, तो अंगां का प्रबंध करते। मैं कहा तुसीं छड्डो, अंगां का प्रबंध मैं करता। फिर मैं 2 संघां की ड्यूटी लाई। फिर वो अंग सी जेडे उत्थे पे सी, जेडे गलियां च खलारे सी, वो जेडे कुछ चक लेंदे सी, वो अंग दा साडे 2 सिंह वो चक के मैं भेजते। पुलिस वेहदी रहेगी उत्थे उत्ते उवें रख के आ गए। तो पंथप्रीत आया। पंथप्रीत ने कहा कि मैं आख्या जी पंथप्रीत साहब बाबा जी थोड़े नाल गल करनगे। उन्हें गिरफ्तारी का ऐलान कर ला। पंथप्रीत नूं फड़ के पुलिस ले गई अपने ममदोट ले गई, कुछ सिंघां नूं फड़ के डगरू ले गई, कुछ सिंघां नूं फड़ के सिटी च ले गई, कुछ नूं ये ले गई। तो सानू जो असी सी 200-300 बंदा, तो सानू गिरफ्तार करके मेरे नाल ढड्डरियां वाला सीगा, इक्को गड्डी सीगे, मेरे नाल बाबा चमकौर सिंह सीगा, बाबा अजनाला सीगा, बाबा रेशम सिंह सीगा, माझी सीगा। ये सारे जो गड्डी 'च बैठे तो जो असी तुरे ही हैं तो पुलिस अगे लैके तुर पई। सानू नेरे 'च कुछ नहीं पता। तो साडा पाठ जिहड़ा अमर सिंह चाहल सी ते पुलिस सी, सारा पाठ साडा खंडन करता। उन्होंने 5 बाणियां दा जपजी साहब का पाठ होण ही नहीं दिता। अरदास ही नहीं, फटाफट जो लै गए। तो जो असी इधर नूं गए तो मैनू बाबा ढड्डरियां वाला कहंदा है जसकरण सिंह जी हुण की होऊगा? मैं कहा बाबा जी पुलिस बड़ी माड़ी है, हुण अपने घोटा भी लग सकता है, अपनियां लत्तां भी पाड़ियां जा सकदियां, आपां नूं पुट्ठा भी लटकाया जा सकता है, अपने ते देश धरोही का परचा भी हो सकता है, अपने ते 57 भी हो सकती है, ते अपने ते जबर जुल्म भी हो सकता है, तो आपां नूं छड्डिया भी जा सकता है। कहंदा ऐ साधु महात्मा ना करदी है। मैं कहा बाबा जी मेरियां लत्तां वेखो, मेरियां लत्तां पाड़ियां पईयां, मेरे ते बहुत तशद्दद आ, मान साहब के नौं खिच ले, बहुत जबर है। उन्होंने फिर सैल्फी खिंची तो पाती। उदों बाद जो असीं गए मुक्तसर राह नूं तुरे तो साडे सिंघां ने बोले सो ने अल जकारा मारिया तो रोक लिया। सानू कित्थे ले चले हो? पुलिस नूं हत्थां पैरां दी पई। वो कहंदे सानू असीं तुहानूं मुक्तसर साहब चले हैं। असीं गए, असीं फोन, मैं उस टाइम फोन मारिया गुरबख्श सिंह रूबी है कि सानू फड़ के पुलिस ले आई है उत्थे रणजीत सिंह स्पोक्समैन का। ज्यों सानू अंदर गए तो सानू कुर्सी ते बिठा लिया। तो बाबा ढड्डरियां मैनू कहंदा आप कुर्सी ते क्यों काहदे वास्ते बैठे की गल? मैं बाबा जी आप गुलाम बंदे हैं तो जे कुर्सी ते बह गए तो फिर की है? दूजे पासे थोड़े चिर बाद सानू उन्होंने उठाता। उत्थे बैठ के जो बैठे अंदर, जो सानू थोड़े चिर बाद उत्थे उन्हां दा रूम बनया, उहदे च सारे बिठा लिया। बिठाउण तो बाद तो थोड़े जे चिर बाद साडे कोले आ गया कि अंग कित्थे है जी, अंग दिओ। मैं कहा अंग साडे कोले कित्थे आ? कहंदे अंग दे दिओ, परचा कमज़ोर हो जाऊगा, अंग जिहड़े पए आ दिओ। असीं आखिया अंग नहीं, अंग साडे कोल है ही नहीं। जदों कि अंग साडे कोले सी, उदों बाद असीं फैसला सारिਆਂ ने कीता कि अंग देने चाहिए कि नहीं, कानूनी राय ले लो, कानूनी राय ले लो। थोड़े जे चिर बाद की होया, कानूनी राय लैन दी मैं बाबा जी ढड्डरियां वालिਆਂ ਨੂੰ कहा बाबा जी तुहाडे कोल वकील हैगा कोई, तुसीं कोई राय ले लो। फिर मैं क्या माझी जी तुहाडे कोल कोई वकील हैगा, कोई राय ले लो? वो कहंदे नहीं। फिर उस टाइम मैनू क्या जसकरण सिंह ये बारे कोई राय लो तुसीं। मैं फिर तड़के वकील नूं टैलीफोन किया सिमरनजीत सिंह नूं, उन्हें फोन ना चक्या। फिर साडा वकील सी सिद्धू साहब, उन्होंने किया, उन्हें फोन ना चक्या। फिर मैं रंजन लखनपाल जिहड़े साडे एडवोकेट पार्टी दे है, जिन्हां ने सानू खालिस्तान कहन सुन बोलन का कानूनी हक जिहड़ा लैके दिता है, वो वकील नाल मैं गल कीती चक्या। वो कहंदे, मैं आख्या जी लखनपाल जी आ गल है कि पुलिस कह रही है कि गुरु ग्रंथ साहब दे जिहड़े अंग आ दे दिओ, ते जे अंग नहीं दोगे तो थोड़ा परचा कमज़ोर हो जाऊगा।
ਤੇ ਫਿਰ ਉੱਥੇ ਬਲਜੀਤ ਸਿੰਘ ਜਿਹੜਾ ਹੁਣ ਐਸਪੀ ਹੈ, ਬਲਜੀਤ ਸਿੰਘ ਬਰਾੜ ਉੱਥੇ ਸੀਗਾ, ਰੂਬੀ ਉੱਥੇ ਸੀਗਾ, ਆ ਜਿਹੜਾ ਐਸਐਸਪੀ ਹੁਣ ਲੱਗਿਆ ਜਿਹੜਾ ਚਾਲ ਜਿਹੜਾ ਮੁਹਾਲੀ ਲੱਗਿਆ ਇਹ ਵੀ ਉੱਥੇ ਸੀਗਾ, ਉਸ ਟਾਈਮ ਐਸਐਸਪੀ ਸੀਗਾ। ਉਹਨੇ ਫਿਰ ਕੀ ਸਾਨੂੰ ਕਿਹਾ, ਉਹਨੇ ਕਿਹਾ ਕਿ ਅੰਗ ਦੇਣ ਦੀ ਕੋਈ ਲੋੜ ਨਹੀਂ। ਫਿਰ ਪੁਲਿਸ ਨੇ ਇੱਕ ਸਾਡੇ ਵਕੀਲ ਬਿਠਾਇਆ, ਉਹ ਕਹਿੰਦਾ ਅੰਗ ਦੇ ਦਿਓ ਕਮਜ਼ੋਰ ਹੋਊਗਾ। ਮੈਂ ਵਕੀਲ ਸਾਹਿਬ ਮੈਂ ਮੁਕਤਸਰ ਹੀ ਪੜਿਆ, ਤੂੰ 4 ਵਜੇ ਕਿਵੇਂ ਆ ਗਿਆ, ਤੈਨੂੰ ਤਾਂ ਪੁਲਿਸ ਨੇ ਬਿਠਾਇਆ ਹੈ, ਤੂੰ ਕਿਵੇਂ ਵਿੱਚ ਬਿਠਾਤਾ, ਤੂੰ ਨਹੀਂ ਆ ਸਕਦਾ। ਥੋੜੇ ਚਿਰ ਬਾਅਦ ਸਾਨੂੰ ਖੋਸਾ ਆ ਗਿਆ, ਖੋਸਾ ਸਾਹਿਬ ਕਹਿੰਦੇ ਅੰਗ ਦੇ ਦਿਓ ਜੀ। ਅੱਛਾ ਕਾਹਦੇ ਅੰਗ ਦੇ ਦਈਏ, ਮੈਂ ਕਿਹਾ ਨਹੀਂ ਅੰਗ ਨਹੀਂ ਮਿਲਦੇ। ਉਹ ਕਹਿੰਦਾ ਫੋਟੋ ਸਟੇਟ ਕਰਾ ਕੇ ਦੇ ਦਿਓ। ਮੈਂ ਕਿਹਾ ਸ਼ਰਮ ਕਰੋ, ਹੁਣ ਅੰਗ ਆਪਾਂ ਫੋਟੋ ਸਟੇਟ ਕਰਾ ਕੇ ਦੇਵਾਂਗੇ। ਜਦੋਂ ਫਿਰ ਬਲਜੀਤ ਮੈਨੂੰ ਡੀਐਸਪੀ ਜਿਹੜਾ ਹੁਣ ਐਸਪੀ ਸੀਗਾ ਉਹ ਕਹਿੰਦਾ ਮੈਨੂੰ ਰੰਜਨ ਲਖਨਪਾਲ ਨਾਲ ਵਕੀਲ ਨਾਲ ਗੱਲ ਕਰਾਓ, ਤੇ ਉਹਨੇ ਵਕੀਲ ਨਾਲ ਗੱਲ ਕੀਤੀ। ਸਾਡੇ ਵਕੀਲ ਨੇ ਜਦੋਂ ਕਿਹਾ ਤੇ ਮੈਨੂੰ ਥੋੜੇ ਚਿਰ ਬਾਅਦ ਤੁਹਾਡਾ ਵਕੀਲ ਕਹਿੰਦਾ ਇਹ ਦੇ ਦਿਓ। ਇੰਨੇ ਚਿਰ ਦਾ ਸਾਨੂੰ ਫੋਨ ਆ ਗਿਆ, ਪੁਲਿਸ ਨੇ ਕਰਵਾਤਾ, ਬਾਬਾ ਪੰਥਪ੍ਰੀਤ ਦਾ ਆ ਗਿਆ ਫੋਨ ਮਮਦੋੜ ਤੋਂ ਕਿ ਅੰਗ ਦੇ ਦਿਓ ਹੈ। ਅਸੀਂ ਗੱਲ ਕਰਾਤੀ ਅਮਰੀਕ ਸਿੰਘ ਜਨਾਲਾ ਨਾਲ, ਤੇ ਥੋੜੇ ਚਿਰ ਬਾਅਦ ਆ ਗਿਆ ਵੀ ਅੰਗ ਦੇ ਦਿਓ। ਅੱਛਾ ਕਿ ਸਾਡੇ ਕੋਲ ਅੰਗ ਹੈ ਨਹੀਂ। ਉਦੋਂ ਬਾਅਦ ਕੀ ਹੋਇਆ, ਸਾਰਿਆਂ ਨੇ ਮੁਤਫਿਕ ਹੋ ਕੇ ਕਿਹਾ ਅਸੀਂ ਅੰਗ ਨਹੀਂ ਦੇਣੇ। ਫਿਰ ਮੈਂ ਕਿਹਾ ਤੇ ਜਦੋਂ ਬਲਜੀਤ ਨੇ ਡੀਐਸਪੀ ਨੇ ਸਾਡੇ ਵਕੀਲ ਨਾਲ ਗੱਲ ਕੀਤੀ, ਉਹ ਮੈਨੂੰ ਕਹਿੰਦਾ ਜੀ ਤੁਹਾਡਾ ਵਕੀਲ ਕਹਿੰਦਾ ਅੰਗ ਦੇ ਦਿਓ ਮਹਾਰਾਜ ਦੇ। ਤੇ ਮੈਂ ਕਿਹਾ ਵਕੀਲ ਸਾਹਿਬ ਨਾਲ ਫਿਰ ਇਹ ਗੱਲ ਕੀਤੀ, ਮੈਂ ਕਿਹਾ ਰੰਜਨ ਲਖਨਪਾਲ ਜੀ ਤੁਸੀਂ ਕੀ ਗੱਲ ਕਰੀ, ਮੈਨੂੰ ਕੀ ਕਹਿੰਦੇ ਹੋ, ਉੱਥੇ ਪੁਲਿਸ ਨੂੰ ਤਾਂ ਆ ਕਹਿੰਦੇ ਹੋ ਤੇ ਮੈਨੂੰ ਕਹਿੰਦੇ ਹੋ ਵੀ ਅੰਗ ਨਹੀਂ ਦੇਣੇ, ਇਹ ਕੀ ਗੱਲ ਹੈ। ਉਹ ਕਹਿੰਦੇ ਪੁਲਿਸ ਝੂਠ ਬੋਲਦੀ ਹੈ, ਮੈਂ ਨਹੀਂ ਕਿਹਾ ਅੰਗ ਦੀ ਕੋਈ ਲੋੜ ਨਹੀਂ। ਮੈਂ ਕਿਹਾ ਜੀ ਡੀਐਸਪੀ ਝੂਠ ਬੋਲੀ ਜਾਂਦਾ, ਵਕੀਲ ਨੇ ਕਿਹਾ ਅੰਗ ਦੇਣ ਦੀ ਕੋਈ ਲੋੜ ਨਹੀਂ। ਅਸੀਂ ਨੋ ਕਰਕੇ ਤੇ ਫਿਰ ਸਾਨੂੰ ਜੀ 8 ਵਜੇ ਜਦੋਂ ਹਿਆ ਕਰਤਾ। ਸਾਡਾ ਇਹ ਹੋਇਆ ਸੀ ਜਦੋਂ ਧਰਨਾ ਚੱਕਿਆ ਜਾਊਗਾ ਆਪਾਂ ਮੁੜ ਕੇ ਉੱਥੇ ਆਉਣਾ। ਉਸ ਤੋਂ ਬਾਅਦ ਜੀ ਢੱਡਰੀਆਂ ਸਾਹਿਬ ਦੀ ਗੱਡੀ ਆ ਗਈ। ਜਦੋਂ ਢੱਡਰੀਆਂ ਸਾਹਿਬ ਦੀ ਗੱਡੀ ਆ ਗਈ ਸਾਨੂੰ ਇੱਕ ਸਿੰਘ ਕੇਲੇ ਲੈ ਕੇ ਆਇਆ, ਕੁਝ ਨੇ ਕੇਲੇ ਖਾ ਲਏ, ਅਸੀਂ ਕੇਲੇ ਨਹੀਂ ਖਾਧੇ। ਤੇ ਅਸੀਂ ਜਦੋਂ ਤੁਰੇ ਤੇ ਮੇਰਾ ਭਤੀਜਾ ਭਵਖੰਡਨ ਸੀ, ਸਰਜੀਤ ਸਿੰਘ ਰਾਈਆਂ ਵਾਲਾ ਸੀ, ਸਾਡੇ ਕੋਲ ਬੀਟ ਗੱਡੀ ਸੀ, ਢੱਡਰੀਆਂ ਵਾਲੇ ਦੀ ਗੱਡੀ ਲੱਗ ਗਈ। ਤੇ ਮੈਂ ਕਿਹਾ ਬਾਬਾ ਜੀ, ਢੱਡਰੀਆਂ ਵਾਲਾ ਸਾਹਿਬ ਗੱਡੀ 'ਚ ਬਹਿ ਗਏ, ਨਾਲ ਮਾਝੀ ਬਹਿ ਗਿਆ ਤੇ ਬੈਠੇ। ਮੈਂ ਕਿਹਾ ਬਾਬਾ ਜੀ ਕੀ ਹੁਕਮ ਆ। ਉਹ ਕਹਿੰਦੇ ਜੀ ਤੁਹਾਨੂੰ ਅਸੀਂ ਜਸਕਰਨ ਸਿੰਘ ਜੀ ਦੱਸਦੇ ਆ ਟੈਲੀਫੋਨ ਤੇ ਉਹਨਾਂ ਨੇ ਗੱਡੀ ਗੇਅਰ ਮਾਰਿਆ, ਮੈਂ ਧੱਫਾ ਮਾਰਿਆ ਇਹਨਾਂ ਦੇ, ਗੱਡੀ ਰੋਕਤੀ। ਮੈਂ ਕਿਹਾ ਬਾਬਾ ਜੀ ਕਿਉਂ ਝੂਠ ਬੋਲਦੇ ਹੋ। ਮੈਂ ਕਿਹਾ ਵੀ ਨਾ ਟੈਲੀਫੋਨ ਤੁਹਾਡਾ ਮੇਰੇ ਕੋਲੇ, ਨਾ ਮੇਰਾ ਤੁਹਾਡੇ ਕੋਲੇ, ਤੁਸੀਂ ਕਿਵੇਂ ਦੱਸੋਗੇ ਹੈ। ਉਹਨਾਂ ਨੇ ਗੱਡੀ ਦੇ ਗੇਅਰ ਮਾਰਿਆ, ਗੱਡੀ ਭਜਾ ਲਈ। ਉਹਨਾਂ ਦਾ ਇੱਕ ਸਾਥੀ ਸੀ, ਉਹ ਕਹਿੰਦੇ ਮਗਰ ਆ ਜਾਓ। ਅਸੀਂ ਮਗਰ ਭਜਾਏ, ਸਾਡੀ ਗੱਡੀ ਪਿੱਛੇ ਰਹਿ ਗਈ। ਜਦੋਂ ਅਸੀਂ ਕੋਟਕਪੂਰੇ ਚੌਂਕ 'ਚ ਆਏ ਕੋਈ ਨਾ ਬਾਬਾ ਦਿਸਦਾ ਸੀ ਨਾ ਪੁਲਿਸ ਸੀ। ਫਿਰ ਜਦੋਂ ਅਸੀਂ ਦੇਖਿਆ ਅਸੀਂ ਜਾ ਕੇ ਬਠਿੰਡੇ ਵਾਲੇ ਚੌਂਕ 'ਚ ਨਾਲ ਹੀ ਜਾ ਕੇ ਅਸੀਂ ਜਾ ਕੇ ਧਰਨਾ ਲਾਤਾ। ਉਧਰ ਇੱਕ ਟਰਾਲੀ ਭਰੀ, ਉਹ ਵੀ ਰੁਕ ਗਈ। ਪੁਲਿਸ ਸਾਨੂੰ ਰੋਕਦੀ ਨਹੀਂ ਜਾ ਸਕਦੇ। ਅਸੀਂ 1 ਘੰਟੇ ਦੇ ਵਿੱਚ 500 ਬੰਦਾ ਹੋ ਗਿਆ ਸੀ। ਅਸੀਂ ਆ ਕੇ ਸਾਡੇ ਬਾਬੇ ਰਿਹਾ ਕਰੋ ਲਿਆਓ। ਅਸੀਂ ਜਿਉਂ ਨਾਕਾ ਤੋੜ ਕੇ ਕੋਟਕਪੂਰੇ ਚੌਂਕ ਨੂੰ ਆ ਗਏ, ਥੋੜੇ ਜਿਹੇ ਚਿਰ ਬਾਅਦ ਬਾਬੇ ਫਿਰ ਉੱਥੇ ਆ ਗਏ। ਇਹ ਮੋਰਚਾ ਚੱਲ ਪਿਆ। ਉਦੋਂ ਬਾਅਦ ਚੱਲਦਾ ਰਿਹਾ। ਤੜਕੇ ਫਿਰ ਇਹਨਾਂ ਨੇ ਫਰੀਦਕੋਟ ਪੁਲਿਸ ਨੇ ਅਗਲੇ ਦਿਨ ਜਿਹੜੀ 14 ਤਰੀਕ ਨੂੰ ਉਹ ਇੱਥੇ ਗੋਲੀ ਚਲਾਤੀ। ਗੋਲੀ ਚਲਾ ਕੇ ਸਾਡੇ ਫੱਟੜ ਕਰਤੇ। ਉਦੋਂ ਬਾਅਦ ਤੜਕੇ ਜਿਹੜੇ 9 ਵਜੇ ਦੇ ਕਰੀਬ ਸਾਡੇ ਜਿਹੜਾ ਮੋਰਚਾ ਲੱਗਿਆ ਸੀ ਬਾਈਬਲ ਤੇ ਉਹ ਫਿਰ 2 ਸਾਡੇ ਗੋਲੀਆਂ ਨਾਲ ਮਾਰ ਕੇ 2 ਕ੍ਰਿਸ਼ਨ ਭਗਵਾਨ ਜੋ ਲੰਗਰ ਛਕਾਉਂਦੇ ਸੀ ਉਹ ਸ਼ਹੀਦ ਕਰ ਦਿੱਤੇ। ਜਦੋਂ ਸ਼ਹੀਦ ਕਰ ਦਿੱਤੇ ਅਸੀਂ ਫਿਰ ਜਾ ਕੇ ਗਰੀਲਾ ਰੂਪ ਦੇ ਵਿੱਚ ਇੱਕ ਬਰਨਾਲੇ 'ਚ ਮੀਟਿੰਗ ਕੀਤੀ। ਅਸੀਂ ਕਿਹਾ ਵੀ ਇਹ ਧਰਨੇ ਨਹੀਂ ਚੱਕਣ ਦੇ ਨੇ। ਬਗਰਾੜੀ ਵਾਲਾ ਧਰਨਾ ਬਾਕੀ ਤਾਂ ਚਕਾਤੇ ਸੀਗੇ, ਬਗਰਾੜੀ ਵਾਲਾ ਧਰਨਾ ਲੱਗਿਆ ਸੀ। ਮੈਂ ਬਗਰਾੜੀ ਵਾਲੇ ਧਰਨੇ 'ਚ ਉਹ ਮੀਟਿੰਗ 'ਚ ਕਰਕੇ ਜਿਉਂ ਉੱਥੇ ਆਇਆ ਉੱਥੇ ਆ ਕੇ ਬੋਲਿਆ। ਉੱਥੇ ਸਾਹੋਕੇ ਵਾਲਾ ਮੁੰਡਾ ਵੀ ਸੀਗਾ, ਸਾਰੇ ਡਟੇ ਪਏ ਸੀ। ਜਦੋਂ ਮੈਂ ਬੋਲਦਾ ਤੇ ਫਿਰ ਹੁਣੇ ਸਾਡੇ ਕੋਲੇ ਬੋਲਦਿਆਂ ਕੋਲੇ ਆਵਾਜ਼ ਆ ਗਈ ਕਿ ਮਨਤਾਰ ਬਰਾੜ ਤੇ ਜਰਦੀ ਜੈਲਦਾਰ ਜਿਹੜੇ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਦੀਆਂ ਜਿਹੜੀਆਂ 2 ਬੋਡੀਜ਼ ਪਈਆਂ ਢਿੱਲਵਾਂ ਗੁਰਦੁਆਰੇ 'ਚ, ਇਹ 'ਚ ਕੌਣ ਲੱਗੇ। ਆਓ ਅਸੀਂ ਉੱਥੇ ਭੱਜ ਕੇ ਜਾਣ ਲੱਗੇ। ਉਧਰ ਨੂੰ ਜਦੋਂ ਜਾਣ ਲੱਗੇ ਤੇ ਫਿਰ ਇੱਕ ਬੋਡੀ ਜਿਹੜੀ ਕ੍ਰਿਸ਼ਨ ਭਗਵਾਨ ਸੀ ਧੱਕੇ ਨਾਲ ਚੱਕ ਕੇ ਲੈ ਗਏ। ਜਦੋਂ ਕ੍ਰਿਸ਼ਨ ਭਗਵਾਨ ਦੀ ਬੋਡੀ ਚੱਕ ਕੇ ਲੈ ਗਏ ਤੇ ਗੁਰਜੀਤ ਸਿੰਘ ਦੀ ਜਿਹੜੀ ਬੋਡੀ ਸੀ ਉਹ ਪਰਿਵਾਰ ਲੈ ਆਇਆ। ਜਿਉਂ ਅਸੀਂ ਬੋਡੀ ਲਿਆਏ ਪਰਿਵਾਰ, ਜਦੋਂ ਆਏ ਕ੍ਰਿਸ਼ਨ ਭਗਵਾਨ ਸਿੰਘ ਦੇ ਘਰੇ, ਕ੍ਰਿਸ਼ਨ ਭਗਵਾਨ ਦੇ ਘਰੇ ਸੁੰਨਸਾਨ ਸੀ, ਘਰ 'ਚ ਕੋਈ ਬੰਦਾ ਨਹੀਂ ਸੀ। ਪਿੰਡ ਦੇ ਲੋਕ ਸਾਈਡ ਤੇ ਖੜੇ ਸੀ। ਸਭ ਤੋਂ ਪਹਿਲਾਂ ਮੈਂ ਤੇ ਬਾਬਾ ਚਮਕੌਰ ਸਿੰਘ ਤੇ ਸਰਜੀਤ ਸਿੰਘ ਹੋਰੀ ਤੇ ਮੇਰਾ ਭਤੀਜਾ। ਜਦੋਂ ਅਸੀਂ ਘਰ 'ਚ ਗਏ ਪੱਲੀ ਅਸੀਂ ਆਪ ਵਿਛਾਈ। ਇਹਦੀ ਮਾਂ ਨੂੰ ਗਾਸ਼ ਪਈ ਸੀ ਤੇ ਕ੍ਰਿਸ਼ਨ ਭਗਵਾਨ ਦੀ ਜਿਹੜੀ ਬੇਟੀ ਸੀਗੀ ਉਹ ਪੱਟ ਤੇ ਮਾਂ ਤੇ ਬੇਹੋਸ਼ ਹੋ ਪਈ ਸੀ। ਅਸੀਂ ਉਹਨਾਂ ਨੂੰ ਪਾਣੀ ਪਿਆ ਕੇ ਪੱਲੀ ਵਿਛਾ ਕੇ ਬੈਠੇ। ਫਿਰ ਸਾਰੇ ਪਿੰਡ ਦੇ ਲੋਕ ਆਏ। ਪੁਲਿਸ ਦਾ ਬੜਾ ਦਬਾਅ ਸੀਗਾ ਤੇ ਪੁਲਿਸ ਘਰ ਨੂੰ ਫਟਾਫਟ ਘੇਰਾ ਪਾ ਲਿਆ। ਅਸੀਂ ਉੱਥੇ ਚਮਕੌਰ ਸਿੰਘ ਦੀ ਡਿਊਟੀ ਲਾ ਕੇ
फिर गुरजीत सिंह दे घरे गए, वो लाश गुरजीत सिंह की उत्थे पई सी ते ओहदी मां गालां कड्ढी जांदी सी, मनतार बराड़ तेरे पल्ले कख न रहे, तू साडे आया नहीं, तू आ कुछ करता आ करता। उत्थे रात दे वज गए 12, मैं 12:30 बजे गड्डी ते चलिया, 12:30 बजे फिर मैं पहुंचा जैतो सिविल हस्पताल। उत्थे जिहड़ी लाश सी कृष्ण भगवान की पई सीगी, कृष्ण भगवान दे उहदे भरा उहदा मुंडा छोटा जिहड़ा सुखराज सिंह दा छोटा रोई जांदा सीगा, मैं उहनूं हौसला दे के फिर आया। फिर उत्थों मैं 1:30 बजे तो रह के 2 बजे मैं फिर बाइबल चौंक च आया। बाइबल चौंक जिते गोली सी अग लगी पई सीगी, सारी जो अग लगी पई सीगी पुलिस ने आप ही अग लाई, कोई अग वाला यंत्र नहीं सी, कोई उन्होंने तलवार नहीं सी, कोई उन्होंने कोल गन सी, कोई उन्होंने कोल सी। फिर मैं बगराड़ी दे विच जाके 4 बजे सारी रिपोर्ट जी 15 तरीक नूं दी, उदों बाद जाके मैं 5 तरीक नूं लिखती जी रिपोर्ट है वो मैं नैट ते पा दी कि आ धक्का होया प्रकाश सिंह बादल दे राज ते पुलिस अनपछाती हो गई, ते फिर 2 ਸਿੰਘਾਂ ਦੀ पछाण हो गई। तो दसो जी मैनू प्रकाश सिंह बादल जवाब देवे, पुलिस अनपछाती क्यों कही, सरसे वाले साध नूं क्यों बचाया, सिखां नूं क्यों कट्टिया, गुरु की बेअदबी वालियां नूं क्यों बचाया। तो फिर उदों बाद की होया, CBI की जांच लग गई, उन्हें साडे बयान ही नहीं लए, मेरे नहीं बयान ले। फिर मान साहब नूं कहा कि बयान नहीं ले, फिर मैं DGP दिल्ली शिकायत की कि साडा बयान क्यों नहीं लै रहे जिन्हां ने साडी लड़ाई लड़ी है। फिर CBI ने साडे सद्दिया मैनू ते राइयां नूं, साडे बयान नहीं ले, पुछ लिया, बयान फिर भी नहीं ले। उदों बाद आ गया चेंज आ गई जस्टिस जोरा सिंह कमीशन, साडी जोरा सिंह कमीशन ने नहीं ली, कोई बयान नहीं लिया, कोई गल नहीं की, कुछ नहीं किया। पर असी लिखती उन्होंने भेज जरूर दिता सी जी कुछ होया, उहदे ते उन्होंने कोई कवर नहीं की, ना साडा दर्ज किया। इस करके जो ये इंसाफ सानू ना मिलिया असी रोंदे रहे, करलाउंदे रह गए। उदों बाद सारिया सियासी पार्टियां समय समय ये आउंदियां रहियां, अपनियां रोटियां सेक के, जो इकट्ठ हो जाता सी आ जांदियां सी, जो इकट्ठ घट जाता सी चलियां जांदियां सी, क्योंकि लोग धक्क के भेजते सीगे। उदों बाद जिहड़ा सारा कुछ होया, जो 2 सिंह शहीद हो गए, 25 तरीक नूं भोग पै गया। 25 तरीक नूं फिर उत्थे एक मता पास किया सारे पंथ ने, जिहदे विच ढड्डरियां वाला साहब भी सीगे, उहदे विच पंथप्रीत भी सीगा, उहदे विच बाबा दलेर सिंह खेड़ी साहब वाले भी सीगे, उहदे सिमरजीत सिंह मान भी सी, उहदे च गुरदीप सिंह बठिंडा भी सी, मैं भी सी, बाकी सारे 18 सिंह सी सारे बाबे। उहदे मता पास होया कि सारे पिंडां दे विच अखंड पाठ कराए जाणगे, काली दिवाली मनाई जाणगे, खून दे प्याले दिते जाणगे, मार्च किया जाऊगा। तो फिर एक मता साडा भी सी, उहदे मते च पता की क्या, असी उन्ना चिर दीवान नहीं लावांगे जिन्ना चिर सानू इंसाफ नहीं मिलता, दीवान अपने डेरिया ते लावांगे, असी पिंडां च दीवान नहीं लावांगे। जिथों प्रकाश सिंह बादल दा MLA जाऊगा, SGPC दा मैंबर जाऊगा, कोई जाऊगा, उहदा कालियां झंडियां करके विरोध करते रहांगे। वो करके जिहड़े लगातार जिहड़ी ये मूवमेंट चलती रही। उदों बाद की कीता, उदों बाद इहदे मुताबिक सरबत खालसा होया, गुरु नूं लैके 10 नवंबर नूं सरबत खालसा होया। सरबत खालसा दे विचों 7 लाख का इकट्ठ होया, उहदे चों जथेदार निकले ते सानू फड़ लिया। सानू फड़ के 9 महीने मैनू जेल च रखिया, रोपड़ दी जेल च रखिया, ते सरसे वाले साध नूं खुली छुट्टी दित्ती, ते उन्हां नूं गनमैन भी देते, ते उन्हां नूं जिप्सियां भी देतियां। हुण दसो पंथ दा कसूर है कि किहदा कसूर है? जदों बेअदबी सिद्धी सरसे वाले साध ने कीती सी, उहदे बंदियां ने कीती सी, उहनूं क्यों बचाया? ते फिर ये मूवमेंट आई, मूवमेंट चली गई, तो फिर कैप्टन अमरिंदर सिंह भी सियासी रोटियां सेकन लई इत्थे आ गया। वो भी एक बारी आया, वो उन्हें आके कहता कि गुरु ग्रंथ साहब की बेअदबी दीयां जिहड़ियां पैड़ां है वो प्रकाश सिंह बादल के घर वाल जांदियां, मेरी सरकार बनाओ तो मैं अगले दिन ही फड़ के अंदर कर दूंगा। तो फिर की होया, लोगों ने साडी ना सुनी। मैं लोगों को असीं कहा कि कांग्रेस माड़ी पार्टी है, इन्हें दरबार साहब ढाया है, 2500 गुरु ग्रंथ साहब की बीड़ा नूं अग ला के साड़िया है, 36 गुरुद्वारे ढाए है, अडवानी भी इकट्ठा है, BJP भी इकट्ठी है, कामरेड सोवियत रूस ते बरतानिया सारे दरबार साहब वाले इकट्ठे है, इक्को ही है जे। तो फिर भाई थोनू नहीं मिलना जिहड़ा दरबार साहब ढा सकते हैं, वो गुरु ग्रंथ साहब इंसाफ की देणगे। पर लोगों ने साडी गल ना मनी, जिहदे गुरु लई लड़े, गुरु लई जेल च रहे, अज भी लड़ रहे हैं, तो वही गल मन के वोटां पातियां। वोटां मार्च 2017 की सरकार बन गई, 17 की सरकार बन गई,
ਤੇ ਲੋਕਾਂ ਨੂੰ ਇਹ ਕਹਤਾ ਵੀ ਅਪ੍ਰੈਲ ਦੇ ਵਿੱਚ ਕਹਿੰਦੀ ਬਾਦਲ ਕਿਹਨੂੰ ਫੜ ਲੈਣਗੇ ਜਾਂ ਦੋਸ਼ੀਆਂ ਨੂੰ ਫੜ ਲੈਣਗੇ। ਤੇ ਫਿਰ ਕੀ ਕੀਤਾ, 17 ਦੀ ਅਪ੍ਰੈਲ ਵੀ ਗਈ, ਮਈ ਵੀ ਗਈ, ਜੂਨ ਵੀ ਗਈ, जुलाई भी गई, अगस्त गई, सितंबर गई, अक्तूबर गया, नवंबर, दसंबर गया 17। फिर असी एक धरना लाया, फिर एक मैमोरेंडम दिता भी तुसीं कीता नहीं। फिर 1 जून 2015 ਨੂੰ आए साल असी पछतावा दिन मनाउंदे सी, उत्थे फिर बरगाड़ी मोर्चा लग गया, पुलिस भी अनपछाती हो गई, कुछ चीज़ां मन्नियां गईयां, कुछ चीज़ां रह गईयां। फिर मंत्री आए किहड़े 2, बाजवा साहब आए कैबिनेट वजीर, एक आए रंधावा साहब आए वो भी कैबिनेट के वजीर, एक आया कुशलदीप सिंह ढिल्लों फरीदकोट का MLA आया, एक आया कुलबीर जीरा जीरे का MLA आया, एक आया हरमिंदर गिल आया। इन्हों ने कैप्टन अमरिंदर सिंह ने भेजा तो सौं खा के भी बाकी के दोषी फड़ लांगे, तो सौं खा के 195 दिन बाद वो चले गए। उस बाद की किया, उस बाद साढ़े नाल की इंसाफ मिलना सी। फिर भी इन्हों ने जांच CBI नूं देती, क्योंकि CBI मोदी के थले सी ते ਇਹਦੇ ਪਿੱਛੇ ਬੇਅਦਬੀ ਦੇ ਪਿੱਛੇ ਹੱਥ BJP RSS ਦਾ ਵੀ ਇਹਦੇ ਪਿੱਛੇ ਹੱਥ ਸੀਗਾ। ਉਹਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਬਚਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਧਰਨੇ ਮਜਾਰੇ ਲਾ ਕੇ ਸਾਰਾ ਕੁਝ ਕੀਤਾ ਤਾਂ ਫਿਰ ਵੀ ਸਾਡੇ ਪੱਲੇ ਕੱਖ ਨਾ ਪਿਆ। ਉਲਟਾ ਅਸੀਂ ਗਵਾਹੀਆਂ ਹੋਈਆਂ ਕਵਰ ਵਿਜੇ ਪ੍ਰਤਾਪ ਦੀ ਸੈੱਟ ਨੇ ਉਹਨੂੰ ਦੁੱਧ ਦਾ ਦੁੱਧ ਪਾਣੀ ਕੀਤਾ। 9 ਚਲਾਨ ਪੇਸ਼ ਹੋ ਗਏ, 10ਵਾਂ ਚਲਾਨ ਜਦੋਂ ਪੇਸ਼ ਕਰਨਾ ਤੇ ਫਿਰ ਕੀ ਕੀਤਾ, ਅਤੁਲ ਨੰਦਾ ਜਿਹੜਾ ਐਡਵੋਕੇਟ ਜਨਰਲ कैप्टन अमरिंदर तो बाहर तो है ही नहीं सीगा, ते इन्हां ने की किया रल के जिहड़ा कलेर है जिहड़ा अपना गुरदीप सिंह कलेर SHO ते अपना अतुल नंदा एडवोकेट जनरल कैप्टन अमरिंदर सिंह दे कहे दा सरकार दा ते प्रकाश सिंह बादल दा एडवोकेट जिहड़ा सीगा उहदी पार्टी दा, जिवें साडी पार्टी दा रंजन लखनपाल है, कांग्रेस दा अतुल नंदा है, इसे तरीके RS चीमा ने रल के ये जिहड़ा वकील सीगा वो एडवोकेट जनरल जिहड़ा राजवीर सीगा वो एडवोकेट जनरल चटालियां दा सी ते चटाले दा ते प्रकाश सिंह बादल दा प्यो पुत्त वाला रिश्ता है। ते हुण चटाले BJP RSS नाल चल रही है। वो RSS BJP ने राजवीर जज नूं भर्ती कर लिया। जदों भर्ती कर लिया, भर्ती करके उन्हां दा ये फैसला लिखता ते जिहड़ी साडी सिट कौम दी सिट सी ओहदा बेड़ा ही गर्क कर दिता। तो फिर की कह दिता, देखो हुक्म कैसा, जां तां इहदी जांच होवे हरियाणा करे, जां इहदी जांच करे अपना सैट नवीं बनाओ, तो जां फिर असीं सुप्रीम कोर्ट जाइए। यही रस्ता है। तुसीं दसो भी गुरु ग्रंथ साहब का मामला पंजाब का होवे, गुरसिखां दा होवे, हरियाणा की जांच क्यों करे जी? क्यों करे? व्हाट इज द रीजन ऑफ दिस केस? क्यों करे? की कारण सी? ਇਹਦਾ मतलब सी वो सिख कौम ਨੂੰ ਇਨਸਾਫ नहीं सी देना चाहते। फिर ਜਿਹੜੀ सुप्रीम कोर्ट सी, सुप्रीम कोर्ट ਦੇ ਵਿੱਚ केस पै जे वो रोल देवे, ठीक है। वो सिट बन गई, सिट ਦੇ ਉੱਤੇ ਜਿਹੜੀ ਬਿਆਨਬਾਜ਼ੀ ਚੱਲ ਰਹੀ ਹੈ ਤੇ ਉਹ सिट ने की करना है, ਹੁਣ सिट ਤਾਂ ਜੇ ਚੱਲ ਰਹੀ ਹੈ, ਬਿਆਨ ਹੋ ਰਹੇ ਆ, ਪਰ ਅਸੀਂ सिट ਨੂੰ ਕਿਹਾ ਸੀ ਕਿ ਤੂੰ 1 ਮਹੀਨੇ 'ਚ ਕਰ ਫੈਸਲਾ, ਕਿਉਂਕਿ ਇਹ ਫੈਸਲਾ ਤਾਂ सिट 1 ਮਹੀਨੇ 'ਚ ਹੀ ਕਰ ਸਕਦੀ ਸੀ, ਕਿਉਂਕਿ ਉਹਦੇ ਕੀ ਕਹਿਣਾ, ਇੱਕ ਹੀ ਕਹਿਣਾ ਸੀ संविधान की धारा 161 के तहत बयान देने की, जेड़े साढ़े पहला बयान है उही बयान होना है, वो बयान दे के ये अज नूं कर सकता सी। पर इन्हां ने की किया, मान साहब ने अल्टीमेटम देता, अल्टीमेटम देते, अल्टीमेटम दे के भी 30 जून तक इंसाफ ना दिता तो असी अगला प्रोग्राम देवांगे। 30 तरीक तक ना कैप्टन के कंन ते जून सरकी, ना अपने सैट के कंन ते जून सरकी, ते ना किसी दे जान सूर सरकी। ते फिर असी मोर्चा गढ़ता जी आके किन्ने 1 जुलाई नूं, 1 जुलाई नूं मोर्चा गढ़ दिता ते इन्हां नूं पुलिस बगराड़ी दुआले आए घुम के लग गई, गलियां च लग गई। हुण दसो भी ये पुलिस जिहड़ी साडे ते लगी सी, ये सिरसे वाले दे डेरे ते उहनूं फड़ सकदी सी, ये पुलिस प्रकाश सिंह बादल ते समेत सैनी नूं नहीं फड़ सकदी सी, ये पुलिस गुरु ग्रंथ साहब के दोषियों नूं नहीं सी फड़ सकदी। ते मान साहब नूं चक के ले गए, ते मैनू मोर्चे की जिम्मेवारी दी ते मैनू चक के ले गए, मैनू चक के ले गए। हुण तुसीं दसो, कानून है जमहूरीयत च असीं मोर्चा लाया, जदों साडी सरकार सुने ना, विरोधी ते मां पार्टी गल ना करे, MP पार्लीमेंट च ना गल करे, SGPC का मैंबर बोले ना, सरकार कैप्टन ते बादल रल जान, आम पार्टी मूकदर्शी हो जाए, जी विरोधी धिर है पार्लीमेंट च ना होवे, ते फिर साडे कोले चारा है
ਸੰਵਿਧਾਨ ਦੀ ਧਾਰਾ 14 19 ਸਾਨੂੰ ਰਾਈਟ ਦਿੰਦੀ ਹੈ। 19 ਧਾਰਾ ਕਹਿੰਦੀ ਹੈ ਕਿ ਤੁਸੀਂ ਆਪਦਾ ਧਰਨਾ ਮੁਜ਼ਾਹਰਾ ਕਰ ਸਕਦੇ ਹੋ, ਤੁਹਾਡੇ ਕੋਲੇ ਗਨ ਨਹੀਂ ਚਾਹੀਦੀ, ਤੁਹਾਡੇ ਕੋਲੇ ਕੋਈ ਇਹੋ ਜਿਹੀ ਚੀਜ਼ ਨਹੀਂ ਚਾਹੀਦੀ ਜਾਨੀ ਨੁਕਸਾਨ। ਨਾ ਸਾਡੇ ਕੋਲ ਗਨ ਸੀ, ਨਾ ਸਾਡੇ ਕੋਲ ਤੋਪ ਸੀ, ਨਾ ਸਾਡੇ ਕੋਲ ਬੰਬ ਸੀ। ਅਸੀਂ ਜਮਹੂਰੀਅਤ ਢੰਗ ਨਾਲ ਉੱਥੇ ਧਰਨਾ ਲਾਤਾ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਕੇ ਸਾਨੂੰ ਗ੍ਰਿਫਤਾਰ ਕਰ ਲਿਆ। ਹੁਣ ਸਾਡੇ ਜਿਹੜੇ ਜਥੇ ਹੈ ਰੋਜ਼ ਉੱਥੇ ਜਾ ਰਹੇ 5-5, ਅਸੀਂ ਗੁਲਾਮ ਬੰਦੇ ਹੈ। ਜਿੰਨੀ ਕਿ ਲੜਾਈ ਕੌਮ ਦਾ ਨੁਕਸਾਨ ਕਰਾਏ ਤੋਂ ਬਗੈਰ ਅਸੀਂ ਲੜਦੇ ਹਾਂ, ਉਹ ਲੜ ਰਹੇ ਹਾਂ। ਹੁਣ ਨਵਾਂ ਚੰਦ ਚਾੜਤਾ, ਉਹ ਕਹਿੰਦਾ ਦੂਜੇ ਪਾਸੇ ਉਹਦੇ ਬਿਆਨ ਸ਼ੁਰੂ ਕੀਤੇ। ਉਹ ਸਿਗਨੇਚਰ ਮਨਾਉਣੇ ਸੀ, ਸਿਗਨੇਚਰ ਮਿਲਾਉਣੇ ਸੀ ਤੇ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਸਿਰਸੇ ਵਾਲੇ ਸਾਹਿਬ ਦੇ। ਉਹਨੇ ਪਾਤੀ ਹਾਈ ਕੋਰਟ ਦੇ ਜਿਹੜਾ ਜੱਜ ਆ ਨਾ, ਜਿਹੜਾ ਗਿੱਲ, ਉਹਨੇ ਕਹਿਤਾ ਤੁਸੀਂ ਜੀ ਜਾਂਚ ਚਾਲੂ ਕਰੋ ਤੇ ਤੁਸੀਂ ਇਹਦੇ 'ਚ ਦੁਬਾਰਾ ਦਸਤਖਤ ਕਰਾ ਹੀ ਨਹੀਂ ਸਕਦੇ। ਦੱਸੋ ਹੁਣ ਦੱਸੋ, ਜਿਹੜਾ ਹਾਈ ਕੋਰਟ ਹੈ ਉਹ ਹਾਈ ਕੋਰਟ ਸਿਰਸੇ ਵਾਲੇ ਦੀ ਰਾਖੀ ਲਈ ਬਣੀ ਹੈ ਕਿ ਲੋਕਾਂ ਦੀ ਰਾਖੀ ਲਈ ਹੈ? ਅੱਜ ਹਾਈ ਕੋਰਟ ਦਾ ਜੱਜ ਸਿਰਸੇ ਵਾਲੇ ਨੂੰ ਬਚਾ ਰਿਹਾ, ਤੇ ਬਚਾ ਰਿਹਾ ਕਿਹਦੇ? ਕੈਪਟਨ ਬੀਜੇਪੀ RSS ਸਾਰੀ ਹਿੰਦ ਹੁਕੂਮਤ ਦੇ ਮੁਤਾਬਕ ਬਚਾ ਰਿਹਾ। ਤੁਸੀਂ ਮੈਨੂੰ ਦੱਸੋ, ਹੁਣ ਇੱਕ ਨਵਾਂ ਚੰਦ ਹੋਰ ਚਾੜਤਾ। ਚੰਦ ਕੀ ਚਾੜਤਾ? ਇੱਕ ਬਣੀ ਸੀ FIR ਨੰਬਰ 128 ਨੰਬਰ FIR ਸੀ ਗੁਰੂ ਸਾਹਿਬ ਦੀ, ਉਹਦੀ ਜਾਂਚ ਕਰ ਰਿਹਾ ਸੀ। ਪਹਿਲਾਂ ਕੌਣ ਕਰ ਰਿਹਾ ਸੀ? ਖੱਟੜਾ। ਉਹਨੇ ਖੱਟੜਾ ਸਾਹਿਬ ਨੇ ਤਾਂ ਵਾਰੰਟ ਕੱਢ ਤੇ ਸਿਰਸੇ ਨੂੰ ਲੈਣ ਗਏ ਤਾਂ ਉਹਨੇ ਖੱਟੜ ਨੇ ਰੋਕਤਾ, ਉਹਨੂੰ ਆਉਣ ਹੀ ਨਹੀਂ ਦਿੱਤਾ ਤੇ ਉਹਦੇ ਪਾਬੰਦੀ ਲੱਗਦੀ। ਉਹਨੇ ਸਰਸੇ ਵਾਲੇ ਸਾਧ ਨੂੰ ਬਚਾ ਲਿਆ, ਤੇ ਜਦੋਂ ਸਰਸੇ ਵਾਲੇ ਸਾਧ ਨੂੰ ਬਚਾ ਲਿਆ ਤਾਂ ਫਿਰ ਉਹਨੂੰ ਜਦੋਂ ਜਾਣ ਨਾ ਦਿੱਤਾ। ਹੁਣ ਜਿਹੜਾ IG ਹੈ, IG ਪਰਮਾਰ ਹੈ, IG ਪਰਮਾਰ ਦੇ ਨਾਲ ਕੌਣ ਹੈ? ਸਵਰਨ ਸਿੰਘ ਘੋਟਨੇ ਦਾ, ਜਿਹਨੇ ਮੈਨੂੰ ਮਾਰ ਦੇਣਾ ਸੀਗਾ, ਜਥੇਦਾਰ ਨੂੰ ਮੇਰੇ ਸਾਹਮਣੇ ਸ਼ਹੀਦ ਕਰਤਾ, ਉਹ ਲਾਤਾ ਵਿੱਚ। ਉਹਨਾਂ ਨੇ ਕੀ ਕਰਤਾ? ਹੁਣ ਉਹਨਾਂ ਨੇ 10 ਤਰੀਕ ਨੂੰ ਆਪ ਐਸੇ ਮਹੀਨੇ ਦੀ ਇੱਕ ਰਿਪੋਰਟ ਜਾਰੀ ਦੇਤੀ ਹੈ। ਕਹਿੰਦੇ ਜੀ ਆ ਸ਼ਕਤੀ ਸਿੰਘ ਤੇ 6 ਬੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਫੜ ਲਿਆ ਤੇ ਸਰਸੇ ਵਾਲੇ ਨੇ ਬੇਅਦਬੀ ਕੀਤੀ ਹੈ। ਉਹ ਤਾਂ ਅਸੀਂ ਪਹਿਲਾਂ ਦੱਸ ਦਿੱਤਾ, ਉਹ ਤਾਂ ਅਸੀਂ 5 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬੇਅਦਬੀ ਕੀਤੀ ਉਹਨਾਂ ਨੇ, ਉਹ ਦੱਸਤਾ। ਹੁਣ ਕਹਿੰਦੇ ਜੀ ਹੁਣ 3 ਬੰਦੇ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਤੇ ਬਰੇਟਾ, ਸੰਦੀਪ ਬਰੇਟਾ, ਉਹ ਕਹਿੰਦਾ ਸਰਸੇ ਵਾਲੇ ਸਾਧ ਦੇ ਕੋਲੇ ਰਹਿੰਦੇ ਆ। ਉਹ ਕਹਿੰਦੇ ਭਗੌੜੇ ਕਰਤੇ, ਉਹ ਕਹਿੰਦੇ ਵੀ ਉਹਦੀ ਅਦਾਲਤ ਹੈ। ਉਹ ਤਾਂ ਭਗੌੜੇ ਕਦੋਂ ਹੈ? ਉਹ ਤਾਂ 9 ਤਰੀਕ ਨੂੰ DGP ਦਫ਼ਤਰ ਫਿਰਦੇ ਸੀਗੇ। ਆਪ ਪਿਛਲੇ ਮਹੀਨੇ ਦੀ ਹੀ 9 ਤਰੀਕ ਨੂੰ DGP ਦੇ ਦਫ਼ਤਰ ਕੇ ਘੁੰਮਦੇ ਰਹੇ। ਉਹਦੀਆਂ ਕੱਢੋ ਖਾਂ, ਉਹਦੀਆਂ ਕੈਮਰਾ ਕੱਢੋ, ਉੱਥੇ ਸਾਰੇ ਫਿਰਦੇ ਤਾਂ ਸ਼ਰੇਆਮ ਫਿਰਦੇ। ਹੁਣ ਉਹ ਵਿਆਹ 'ਚ ਨੱਚਦੇ ਫਿਰਦੇ ਆ। ਹੁਣ ਸਰਸੇ ਵਾਲੇ ਸਾਧ ਦੇ ਡੇਰੇ 'ਚ 24 ਘੰਟੇ ਬੰਦੇ ਉਹਦੇ ਨਾਲ ਰਹਿੰਦੇ ਆ। ਤੇ ਸਾਨੂੰ ਵੀ ਸੂਹ ਮਿਲੀ ਹੈ, ਸਾਡੀ ਇੰਟੈਲੀਜੈਂਸੀ ਹੈ, ਉਹ ਕਹਿੰਦਾ ਵੀ ਅਸੀਂ ਹਰਸ਼ ਧੂਰੀ ਦੇ ਨੇੜੇ ਰਹਿੰਦੇ ਆ ਤੇ ਜੇ ਸਰਕਾਰ ਹੁਕਮ ਕਰੇ 1 ਘੰਟੇ 'ਚ ਫੜ ਸਕਦੇ ਆ। ਉਹਨਾਂ ਦੇ ਦੁਆਲੇ ਰਹਿੰਦੇ ਆ। ਹੁਣ ਸਿਰਸੇ ਵਾਲੇ ਸਾਹਿਬ ਨੂੰ ਬਦਾਂਤਾ 'ਚ ਭੇਜਤਾ ਹੈ ਤੇ ਉੱਥੇ ਹਨੀਪ੍ਰੀਤ ਭੇਜਦੀ ਕੋਲੇ। ਦੱਸੋ ਜਰਾ ਕੀ ਗੱਲ ਹੈ? ਦੱਸੋ। ਉਧਰ ਤਾਂ ਭਾਈ ਹਵਾਰਾ ਸਾਹਿਬ ਦੀ ਤਾਂ ਰੀੜ ਦੀ ਹੱਡੀ, ਉਹਦਾ ਤਾਂ ਇਲਾਜ ਹੁੰਦਾ ਨਹੀਂ। ਭਿਓਰਾ ਦੀ ਜਿਹੜੀ ਮਾਤਾ ਹੈ ਉਹਦੀ ਮੌਤ ਹੋ ਗਈ, ਉਹਦੇ ਤਾਂ ਆ ਨਹੀਂ ਸਕਿਆ। ਤੇ ਸਰਸੇ ਵਾਲਾ ਸਾਧ ਜਿਹਨੇ ਸਾਡੀਆਂ 2 ਭੈਣਾਂ ਧੀਆਂ ਨੂੰ ਤੇ ਜੁਰਮ ਦੇ ਵਿੱਚੋਂ ਫਸਿਆ ਹੋਇਆ ਹੈ, ਉਹ ਨਾ ਧੀ ਦਾ ਸੱਕਾ ਹੈ, ਨਾ ਭੈਣ ਦਾ ਸੱਕਾ ਹੈ, ਨਾ ਮਾਂ ਦਾ ਸੱਕਾ ਹੈ, ਨਾ ਪੰਥ ਦਾ ਸੱਕਾ ਹੈ, ਨਾ ਕੌਮ ਦਾ ਸੱਕਾ ਹੈ, ਨਾ ਆਪਣੇ ਡੇਰੇ ਆਲ ਦੇ ਜਿਹੜੇ ਆਗੂ ਆ ਉਹਨਾਂ ਦੀ ਇੱਜ਼ਤ ਦਾ ਸੱਕਾ ਹੈ। ਉਹ ਬਲਾਤਕਾਰੀ ਸਾਧ ਨੂੰ, ਉਸ ਬੰਦੇ ਨੂੰ ਛਤਰਛਾਇਆ ਕੌਣ ਦਿੰਦਾ? ਹੁਣ ਖੱਟੜ ਕਹਿ ਰਿਹਾ ਕਰ ਬਲਾਤਕਾਰ, ਅਸੀਂ ਤੇਰੇ ਨਾਲ ਹੈ। ਹੁਣ ਹਾਈ ਕੋਰਟ ਕਹਿੰਦੀ ਹੈ ਕਰ ਬਲਾਤਕਾਰ, ਅਸੀਂ ਤੇਰੇ ਨਾਲ ਹੈ। ਹਾਈ ਕੋਰਟ ਕਹਿੰਦੀ ਕਰ ਬਲਾਤਕਾਰ, ਗੁਰੂ ਸਾਹਿਬ ਦੀ ਬੇਅਦਬੀ, ਅਸੀਂ ਤੇਰੇ ਨਾਲ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਰ ਗੁਰੂ ਦੀ ਬੇਅਦਬੀ, ਅਸੀਂ ਤੇਰੇ ਨਾਲ ਹੈ। ਕਰ ਬਲਾਤਕਾਰ ਜਿੰਨੇ ਮਰੀ ਤੇਰੇ ਨਾਲ ਹੈ। ਕੇਜਰੀਵਾਲ ਕਹਿੰਦਾ ਕਰ ਬਲਾਤਕਾਰ ਜਿੰਨੇ ਨਾਲ, ਅਸੀਂ ਬੋਲਦੇ ਨਹੀਂ, ਤੇਰੇ ਉਲਟੀ ਨਹੀਂ ਬੋਲਦੇ, ਤੇਰੇ ਨਾਲ ਹੀ ਖੜੇ ਆ। ਤੇ ਫਿਰ ਇਹ ਕੀ ਕਹਿੰਦੇ ਆ? ਇਹ ਸਾਰੇ ਬੰਦੇ ਕੀ ਕਰ ਰਹੇ ਆ? ਅੱਜ ਉਸ ਜਿਹੜਾ ਚਲਾਨ ਪੇਸ਼ ਕਰਦਾ ਕਹਿੰਦਾ ਮੁਕੰਮਲ, ਪਰ ਇਹ ਕੈਪਟਨ ਨੂੰ ਤਾਂ ਪ੍ਰਵਾਨ ਹੋ ਸਕਦੀ ਹੈ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਉਹਦੇ ਵਿੱਚੋਂ ਜੀ ਉਹ ਕੱਢਤਾ, ਸਰਸੇ ਵਾਲਾ ਸਾਧ ਹੀ ਕੱਢਤਾ। ਦੱਸੋ ਫਿਰ ਜੇ ਬੇਅਦਬੀ ਸਰਸੇ ਵਾਲੇ ਚੇਲਿਆਂ ਨੇ ਕੀਤੀ ਹੈ ਤੇ ਸਰਸੇ ਵਾਲੇ ਸਾਧ ਦੀ ਕੌਨਸਪੀਰੇਸੀ ਦੇ ਨਾਲ 120 ਦੇ ਵਿੱਚੋਂ ਜੇ ਉਹਨੂੰ ਕੱਢ ਦਿੱਤਾ ਤੇ ਹੁਣ ਕੌਮ ਨੂੰ ਕੀ ਇਨਸਾਫ ਮਿਲੂਗਾ? ਹੁਣ ਕੈਪਟਨ ਅਮਰਿੰਦਰ ਸਿੰਘ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਬਚਾਇਆ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਰਸੇ ਵਾਲੇ ਸਾਧ ਨੂੰ ਉਹਦੇ ਵਿੱਚ ਕੱਢ ਕੇ ਬਚਾ ਰਿਹਾ। ਹੁਣ ਪਤਾ ਕੀ ਦੌੜ ਲੱਗੀ ਹੈ? ਹੁਣ ਕੇਜਰੀਵਾਲ ਕਹਿੰਦਾ ਮੈਂ ਤੇਰੇ ਨਾਲ ਆ ਸਰਸੇ ਵਾਲਾ ਸਾਧਾ,
ਹੁਣ ਬਾਦਲ ਕਹਿੰਦਾ ਮੈਂ ਆਪਣਾ ਸਾਰਾ ਲਟਾ ਲਿਆ, ਮੈਂ ਤੇਰੇ ਨਾਲ ਹੈ, ਤੂੰ ਮੈਨੂੰ ਵੋਟਾਂ ਪਾ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਂ ਤੈਨੂੰ ਬਚਾਇਆ, ਤੂੰ ਮੈਨੂੰ ਬਚਾ। ਹੁਣ ਸਰਸੇ ਵਾਲੇ ਸਾਧ ਨੂੰ ਬਚਾਉਣ ਦੀ ਦੌੜ 'ਚ ਹੈ। ਕੈਪਟਨ ਉਹਦੇ ਤੋਂ ਅੱਗੇ ਭੱਜ ਰਿਹਾ, ਪ੍ਰਕਾਸ਼ ਸਿੰਘ ਬਾਦਲ ਉਹਦੇ ਤੋਂ ਅੱਗੇ ਭੱਜ ਰਿਹਾ, ਸੁਖਬੀਰ ਸਿੰਘ ਬਾਦਲ ਉਹਦੇ ਤੋਂ ਅੱਗੇ ਭੱਜ ਰਿਹਾ, ਕੇਜਰੀਵਾਲ ਤੇ ਭਗਵੰਤ ਮਾਨ ਹੋਰੀ ਸਾਰੇ ਡੇਰੇ 'ਚ ਵੋਟਾਂ ਮੰਗਦੇ, ਸਾਰੇ ਉੱਥੇ ਜਾਂਦੇ ਰਹੇ ਆ। ਹੁਣ ਸਾਰੇ ਉਹਨੂੰ ਵੈਲ ਵਿਸ਼ਰ ਬਣੇ ਹੋਏ ਆ। ਇਹ ਵੈਲ ਵਿਸ਼ਰ ਨਾ ਗੁਰੂ ਗ੍ਰੰਥ ਸਾਹਿਬ ਦੇ ਆ, ਨਾ ਪੰਥ ਦੇ, ਨਾ ਕੌਮ ਦੇ, ਨਾ ਪੰਜਾਬ ਦੇ। ਇਹ ਨਹੀਂ, ਇਹਨਾਂ ਨੇ ਜਿਹੜਾ ਬਹੁਤ ਵੱਡਾ ਜ਼ੁਲਮ ਹੈ, ਇਹ ਜਿਹੜੀ ਇਹਨੇ ਰਿਪੋਰਟ ਜਾਰੀ ਕੀਤੀ ਆ, ਇਹ ਚਲਾਨ ਪੇਸ਼ ਕੀਤਾ। ਅਸੀਂ ਸਿੱਖ ਕੌਮ ਨੂੰ ਨਹੀਂ ਪ੍ਰਵਾਨ, ਅਸੀਂ ਇਸ ਨੂੰ ਰੱਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸਰਸੇ ਵਾਲਾ ਸਾਧ ਦੋਸ਼ੀ ਹੈ ਤੇ ਉਹਦੇ ਵਿੱਚ ਹੋਣਾ ਚਾਹੀਦਾ ਹੈ। ਤੇ ਸਾਡੀਆਂ ਨਿਗਾਹ 'ਚੋਂ ਅਸੀਂ ਗੁਲਾਮ ਕਰਕੇ ਤਾਂ ਭਾਵੇਂ ਕੱਢ ਤਾ ਕਾਗਜ਼ਾਂ 'ਚੋਂ, ਸਾਡੇ ਸਿੱਖਾਂ ਦੇ ਜਿਹੜੀ ਲਿਸਟ ਬਣੀ ਹੈ, ਸਿੱਖਾਂ ਦੀ ਬ੍ਰੇਨ 'ਚ ਲਿਸਟ ਹੈ, ਉਹ ਸਾਡੀ ਲਿਸਟ 'ਚੋਂ ਅੱਜ ਨਾ ਨਿਕਲਿਆ, ਨਾ ਕੱਲ੍ਹ ਨਿਕਲਿਆ। ਨਾ ਸਾਡੀ ਲਿਸਟ 'ਚੋਂ ਇੰਦਰਾ ਗਾਂਧੀ ਨਿਕਲੀ ਆ, ਨਾ ਸਾਡੀ ਲਿਸਟ 'ਚੋਂ ਜਨਰਲ ਵੈਦਿਆ ਨਿਕਲਿਆ, ਨਾ ਸਾਡੀ ਲਿਸਟ 'ਚੋਂ KPS ਗਿੱਲ ਨਿਕਲਿਆ, ਨਾ ਸਾਡੀ ਲਿਸਟ 'ਚੋਂ ਅਡਵਾਨੀ ਨਿਕਲਿਆ, ਨਾ ਸਾਡੀ ਲਿਸਟ 'ਚੋਂ ਮੋਦੀ ਨਿਕਲਿਆ, ਨਾ ਸਾਡੀ ਲਿਸਟ ਦੇ ਵਿੱਚੋਂ ਸਰਸੇ ਵਾਲਾ ਸਾਧ ਨਿਕਲਿਆ, ਤੇ ਨਾ ਹੀ ਇਹਦੇ ਚੇਲੇ ਨਿਕਲੇ ਆ, ਨਾ ਹੀ ਸੈਣੀ ਨਿਕਲਿਆ। ਇਸ ਕਰਕੇ ਸਾਡੀ ਸਿੱਖ ਕੌਮ ਦੀ ਲਿਸਟ ਦੇ ਵਿੱਚ ਸਦਾ ਹੈਗਾ ਤੇ ਰਹੂਗਾ ਕਿ ਲੜਾਈ ਅਸੀਂ ਲੜੀ ਜਾਵਾਂਗੇ।